ਮੇਰਾ ਮਕਸਦ ਹੁੰਦਾ ਜਿਹੜੇ ਆਪਣੇ ਬੱਚੇ ਯੰਗਸਟਰਸ ਹੈਗੇ ਨੇ ਸਾਡੇ 'ਚ ਕਮੀ ਹੈ ਪੋਲਿਟਿਕਸ ਦੇ ਵਿੱਚ ਤੇ ਅਸੀਂ ਬ੍ਰਿਟਿਸ਼ ਫੋਰਸਿਸ 'ਚ ਨਾ ਜੁਆਇਨ ਨਹੀਂ ਕਰਦੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਨਵਿਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦਾ ਦ ਲੇਟ ਸ਼ੋ। ਜਦੋਂ ਵੀ ਮੇਰਾ ਲੇਟ ਸ਼ੋ ਹੁੰਦਾ ਮੈਂ ਹਮੇਸ਼ਾ ਇੱਕ ਲੈਵਲ ਰਿਪੀਟ ਕਰਦਾ ਕਿ ਮੇਰਾ ਜਿਹੜਾ ਸ਼ੋ ਹੁੰਦਾ ਮੈਂ ਇੰਟੈਲੈਕਚੁਅਲ ਗੈਸਟ ਲੈ ਕੇ ਆਉਣਾ ਹੈ। ਬਿਜ਼ਨਸ ਹੋਵੇ, ਸਪੋਰਟਸ ਹੋਵੇ, ਪੋਲੀਟਿਕਸ ਹੋਣ, ਲਾਜ਼ ਹੋਵੇ, MP ਵਗੈਰਾ ਕੋਈ ਵੀ ਬ੍ਰਿਟਿਸ਼ ਫੋਰਸਿਸ ਆਰਮੀ ਪੁਲਿਸ ਕੋ ਹੋਵੇ ਜਾਂ ਨੇਵੀ ਦਾ ਹੋਵੇ ਉਹਨਾਂ ਨੂੰ ਲੈ ਕੇ ਆਉਣਾ ਤਾਂ ਕਿ ਮੇਰਾ ਮਕਸਦ ਹੁੰਦਾ ਜਿਹੜੇ ਆਪਣੇ ਬੱਚੇ ਯੰਗਸਟਰਸ ਹੈਗੇ ਨੇ ਸਾਡੇ 'ਚ ਕਮੀ ਹੈ ਪੋਲੀਟਿਕਸ ਦੇ ਵਿੱਚ ਤੇ ਅਸੀਂ ਬ੍ਰਿਟਿਸ਼ ਫੋਰਸਿਸ 'ਚ ਨਾ ਜੁਆਇਨ ਨਹੀਂ ਕਰਦੇ। ਆਈ ਡੋਨਟ ਨੋ ਮੈਨੂੰ ਜਿਸ ਤੱਕ ਫੀਲ ਹੁੰਦਾ ਕਿ ਕਨਸੈਪਟ ਕੀ ਹੁੰਦਾ ਲੋਕਾਂ ਨੂੰ ਗਲਤ ਫਹਿਮੀ ਹੈ ਕਿ ਤੁਹਾਨੂੰ ਗੱਲ ਫੜਾ ਕੇ ਉਹਨਾਂ ਨੇ ਬਾਰਡਰ 'ਤੇ ਭੇਜ ਦੇਣਾ। ਐਸੇ ਕਰਕੇ ਮੈਂ ਸ਼ੋਅ ਕਰਦਾ ਤਾਂ ਕਿ ਲੋਕਾਂ ਨੂੰ ਐਜੂਕੇਟ ਹੋਣ, ਪਤਾ ਲੱਗੇ ਕਿ ਐਗਜ਼ੈਕਟਲੀ ਆਰਮੀ 'ਚ ਕੀ ਹੁੰਦਾ। ਦੂਜੀ ਗੱਲ, ਆਈ ਫੀਲ ਸੋ ਪ੍ਰਾਊਡ ਸੋ ਓਨਰਡ ਮੇਰੇ ਨਾਲ ਅੱਜ ਦੋ ਆਰਮੀ ਦੇ ਬੰਦੇ ਬੈਠੇ ਆਪਣੇ ਏਸ਼ੀਅਨ ਦੇ ਹੈਗੇ, ਮੈਂ ਉਹਨਾਂ ਨੂੰ ਇੰਟਰੋਡਿਊਸ ਕਰਾਂਗਾ। ਜਿਸ ਤਰ੍ਹਾਂ ਪਹਿਲਾਂ ਲਾਸਟ ਵੀਕ ਮੇਰਾ ਮਕਸਦ ਅਸੀਂ ਲਾਸਟ ਟਾਈਮ ਹੀਥਰੋ ਐਕਸਪੈਂਸ਼ਨ ਬਾਰੇ ਗੱਲ ਕੀਤੀ ਸੀ। ਜਿਹੜਾ ਐਗਜ਼ੈਕਟਿਵ ਡਾਇਰੈਕਟਰ ਹੈਗੇ ਨੇ ਆਪਣੇ ਪਰਮਜੀਤ ਡਾਂਡਾ ਜੋ ਲੀਡ ਕਰ ਰਹੇ ਨੇ ਹੀਥਰੋ ਐਕਸਪੈਂਸ਼ਨ ਨੂੰ, ਬੜਾ ਅੱਛਾ ਲੱਗਿਆ ਲੋਕਾਂ ਨੂੰ ਸ਼ੋਅ ਬਿਕੋਜ਼ ਦਿਸ ਇਜ਼ ਦ ਨੌਲੇਜ ਤੁਹਾਨੂੰ ਘਰ ਬੈਠਣ ਨੂੰ ਮਿਲਦੀ ਹੈ। ਇਟ ਕੰਸਰਨਸ ਐਵਰੀਬਾਡੀ, ਇਟਸ ਗੋਇੰ ਟੂ ਕ੍ਰੀਏਟ ਜੌਬਸ ਐਂਡ ਅਗਰ ਜੇ ਨਈ ਐਕਸਪੈਂਸ਼ਨ ਹੋ ਗਈ ਤਾਂ ਦ ਮਿਡਲ ਏਰੀਆ ਕੈਨ ਟਰਨ ਇਨਟੂ ਅ ਗੋਸਟ ਟਾਊਨ। ਮੇਰੇ ਮਕਸਦ ਇਹੀ ਹੁੰਦਾ ਕਿ ਅੱਛੇ ਸ਼ੋਅ ਲੈ ਕੇ ਆਏ ਤਾਂ ਕਿ ਤੁਹਾਡਾ ਕੁਛ ਨਾ ਕੁਛ ਫਾਇਦਾ ਹੋ ਸਕੇ। ਅੱਜ ਜਿਹੜਾ ਸ਼ੋਅ ਪਹਿਲਾਂ ਤਾਂ ਜਿਹੜੇ ਮੇਰੇ ਗੈਸਟ ਉਹਨਾਂ ਨੂੰ ਇੰਸਪਾਇਰ ਕਰਨਾ। ਫੀਲ ਸੋ ਪ੍ਰਾਊਡ ਕਿ ਆਪਣੇ ਯੰਗ ਕੁੜੀਆਂ ਔਰ ਲੜਕੇ ਬ੍ਰਿਟਿਸ਼ ਫੋਰਸਿਸ ਕੰਮ ਕਰਦੇ ਨੇ। ਔਰ ਦੂਸਰੀ ਗੱਲ, you never feel as much safe as the feeling today sitting with these guys because I know I'm protected, I'll be quite safe। तो मैं जो भी करना कर सकता, जो बोलना बोल सकता, मैं टाइम ज़ाया नहीं करता। I'm so honored or privileged to introduce Second Lieutenant Kamaldeep Singh Sandhu, Platoon Commander, London Regiment। मेरे लेफ्ट वाल बैठे ने भाजी, सत श्री अकाल। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਇਹਨਾਂ ਦਾ ਮੈਂ ਤੁਹਾਨੂੰ ਪੁੱਟ ਡਾਊਨ ਨਹੀਂ ਕਰਦਾ, ਮੈਂ ਜ਼ਿਆਦਾ ਪ੍ਰਾਊਡ ਫੀਲ ਕਰਦਾ। ਲੜਕੀ ਬੈਠੀ ਹੈ ਇੱਕ ਜੋ ਕਿ ਬਹੁਤ ਅਨਯੂਜੂਅਲ ਹੁੰਦਾ, ਦੇਖਣ 'ਚ ਮਿਲਦਾ ਨਹੀਂ ਹੈ, ਬਟ ਆਮ ਗਲੈਡ ਸ਼ੀ ਮੇਡ ਅ ਮੂਵ। ਤੁਸੀਂ ਘਰ ਬੈਠ ਕੇ ਇਨਕਰੇਜ ਹੋਗੇ, ਗੱਲਬਾਤ ਸੁਣੋਗੇ। ਕੋਪਲ ਪ੍ਰਦੀਪ ਕੌਰ, ਆਰਮੀ ਸ਼ੈਫ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਤੇ ਥੈਂਕ ਯੂ ਸੋ ਮਚ। ਇਹਨਾਂ ਨੇ ਬੜੀ ਦੂਰੋਂ ਟਰੈਵਲ ਕੀਤਾ, ਰਾਤ ਦਾ ਟਾਈਮ ਆ। ਜਿਹਨੇ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਸ਼ੋਅ ਦੇਖਿਓ, ਉਹ ਕਹਿੰਦੇ ਪਾਲ ਜੀ ਸਾਡਾ ਤਾਂ 9 ਵਜੇ ਸੌਣ ਦਾ ਟਾਈਮ ਹੋ ਜਾਂਦਾ ਹੈ। ਪਰ ਚਲੋ ਮੇਰੀ ਕੋਸ਼ਿਸ਼ ਹੈਗੀ ਮੈਂ ਸ਼ੋਅ ਤੁਹਾਡੇ ਪਾਸ ਲੈ ਕੇ ਆਵਾਂ। ਆਮ ਸ਼ੋਰ ਦੇਰ ਲੋਟ ਆਫ ਪੀਪਲ ਵਰਲਡ ਵਾਈਡ 150 ਕੰਟਰੀਆਂ 'ਚ ਜੋ ਮੇਰਾ ਸ਼ੋਅ ਇੰਜੋਏ ਕਰਦੇ ਨੇ। ਭਾਜੀ ਮੈਂ ਜਿੱਦਾਂ ਵਾਪਸ ਤੁਹਾਡਾ ਸਵਾਗਤ ਕਰਦਾ। ਇਟਸ ਸੋ ਨਾਈਸ ਕਿ ਤੁਸੀਂ ਆਏ ਹੋ। ਮੈਂ ਜਿੱਦਾਂ ਪਹਿਲਾਂ ਦੱਸ ਕੇ ਤਾਂ ਮੇਰਾ ਮਕਸਦ ਹੁੰਦਾ ਕਿ ਆਪਾਂ ਨਾ ਪਹਿਲਾਂ ਤਾਂ ਤੁਹਾਨੂੰ ਇੰਸਪਾਇਰ ਕਰਨਾ ਕਿ ਨਾਈਸ ਆਫ ਯੂ ਕਿ ਤੁਸੀਂ ਇੱਕ ਬੜਾ ਹਿੰਮਤ ਰੱਖ ਕੇ ਆਰਮੀ 'ਚ ਸ਼ੁਰੂ ਕੀਤਾ। ਇੱਕ ਲੋਕਾਂ ਦਾ ਆਪਾਂ ਡਰ ਕੱਢਣਾ ਹੈ ਕਿ ਆਰਮੀ ਨਾ ਡੇਂਜਰੀ ਜਗ੍ਹਾ ਹੈਗੀ ਹੈ। ਬਸ ਮੈਂ ਇੱਕ ਦਫਾ ਚਲੇ ਗਿਆ, ਪਤਾ ਨਹੀਂ ਮੈਂ ਵਾਪਸ ਨਹੀਂ ਆਉਣਾ। ਤੇ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ। ਤੁਸੀਂ ਦੱਸੋ ਆਪਣਾ ਕਿੱਥੇ ਤੁਹਾਡਾ ਜਨਮ ਹੋਇਆ? ਸ਼ੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਵੈਰੀ ਮੱਚ ਆਪਣੇ ਸ਼ੋਅ 'ਤੇ ਬੁਲਾਉਣ ਲਈ ਤੇ ਸਾਨੂੰ ਮੌਕਾ ਦੇਣ ਦਾ ਸਾਰਾ ਡਿਸਕਸ ਕਰਨ ਲਈ। ਮੇਰਾ ਜਨਮ ਤਾਂ ਹੋਇਆ ਜੀ ਇੰਡੀਆ ਦੇ ਵਿੱਚ, ਮੇਰੇ ਨਾਨਕੇ ਅਜਮੇਰ 'ਚ, ਤੇ ਪਰ ਮੇਰੀ ਸਕੂਲਿੰਗ ਜਿਹੜੀ ਹੋਈ ਹੈ ਉਹ ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲੇ ਦੇ ਵਿੱਚ ਹੋਈ ਹੈ। ਅੱਛਾ। ਤੇ ਉੱਥੇ ਮੈਂ ਸਾਡਾ ਪਿੰਡ ਸਰਦਾਰਗੜ੍ਹ ਹੁੰਦਾ ਸੀਗਾ ਤੇ ਉੱਥੇ ਵੱਡੇ ਹੋਏ ਆ ਖੇਤੀਬਾੜੀ ਕਰਕੇ। ਤੇ ਉਸ ਤੋਂ ਬਾਅਦ ਸਕੂਲਿੰਗ ਕਰਕੇ ਫਿਰ ਮੈਂ 12ਵੀਂ ਕਲਾਸ ਕਰਕੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਐਗਜ਼ਾਮ ਕਲੀਅਰ ਕੀਤਾ ਸੀਗਾ ਤੇ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕੀਤੀ ਸੀਗੀ। ਮੇਰੀ ਗ੍ਰੈਜੂਏਸ਼ਨ ਫਿਰ NDA ਤੋਂ ਹੀ ਹੋਈ ਸੀਗੀ। ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਮੈਂ ਇੰਡੀਅਨ ਮਿਲਟਰੀ ਅਕੈਡਮੀ ਜੁਆਇਨ ਕੀਤੀ। ਮੇਰਾ ਤੁਹਾਨੂੰ ਇੰਟਰਵਿਊ ਨਹੀਂ, ਪਰ ਮੇਰਾ ਇੰਪੋਰਟੈਂਟ ਹੈ ਲੋਕਾਂ ਨੂੰ ਪਤਾ ਲੱਗੇ ਕਦੋਂ ਤੁਹਾਡੇ ਮਨ 'ਚ ਯੰਗ ਏਜ 'ਚ ਆ ਗਿਆ ਸੀਗਾ? ਹਾਂਜੀ, ਐਕਚੁਅਲੀ ਮੇਰੇ ਫਾਦਰ ਸਾਹਿਬ ਵੀ 에ਅਰ ਫੋਰਸ ਸੀਗੇ ਤੇ ਪਰ ਮੈਂ ਉਹਨਾਂ ਦੀ ਉਹ ਜਿਹੜੀ ਫੌਜੀ ਲਾਈਫ ਸੀਗੀ ਉਹ ਦੇਖ ਨਹੀਂ ਪਾਇਆ ਬਿਕੋਜ਼ ਉਹ ਮੇਰੇ ਜਨਮ ਤੋਂ ਪਹਿਲੇ ਰਿਟਾਇਰ ਹੋ ਗਏ ਸੀਗੇ। ਤੇ ਜਦੋਂ ਮੈਂ ਹੋਸ਼ ਸੰਭਾਲੀ ਉਦੋਂ ਤਾਂ ਅਸੀਂ ਆਲਰੇਡੀ ਖੇਤੀਬਾੜੀ ਕਰਦੇ ਸੀਗੇ, ਡੇਅਰੀ ਫਾਰਮ ਸੀਗਾ। ਪਰ ਸਾਡਾ ਜਿਹੜਾ ਪਿੰਡ ਸੀ ਉਹ ਇੱਕ ਫਾਈਟਰ ਬੇਸ ਦੇ ਕੋਲ ਸੀਗਾ ਤੇ ਉੱਪਰ ਫਾਈਟਰ ਜੈਟ ਛੁੱਟਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਕ ਸੀ ਕਿ ਮੈਂ ਵੀ ਫਾਈਟਰ ਪਾਇਲਟ ਬਣਨਾ ਹੈ ਨਾ। ਅੱਛਾ ਅੱਛਾ। ਤੇ ਮੈਂ ਐਗਜ਼ਾਮ ਵਗੈरह ਦਿੱਤੇ, ਸਾਰੇ ਪਾਸ ਹੋ ਗਏ ਤੇ ਪਹਿਲੇ ਅਟੈਂਪਟ 'ਚ ਨਹੀਂ ਹੋਏ, ਪਹਿਲੀ ਵਾਰ ਤਾਂ ਫੇਲ ਹੋ ਗਏ ਤਾਂ ਹਿੰਮਤ ਨਹੀਂ ਹਾਰੀ, ਲੱਗੇ ਰਹੇ ਤੇ ਦੂਜੀ ਪਾਸ ਹੋ ਗਏ। ਤੇ ਉਹ ਮੈਡੀਕਲ ਦੇ ਕਰਕੇ ਮੇਰੀ ਆਈਸਾਈਟ ਥੋੜੀ ਵੀਕ ਹੈਗੀ ਹੈ। ਉਹ ਕਹਿੰਦੇ ਜੀ 에ਅਰ ਫੋਰਸ ਤੇ ਨੇਵੀ ਤਾਂ ਨਹੀਂ ਜੁਆਇਨ ਕਰ ਸਕਦੇ, ਤੁਸੀਂ ਆਰਮੀ ਜੁਆਇਨ ਕਰ ਸਕਦੇ ਹੋ। ਧੱਕਾ ਲੱਗਿਆ ਥੋੜਾ ਜਿਹਾ ਲੱਗਾ ਨੈਚੁਰਲੀ, ਹਾਂਜੀ, ਕਿਉਂਕਿ ਸ਼ੌਕ ਸੀਗਾ ਪਾਇਲਟ ਬਣਨ ਦਾ। ਪਰ ਫਿਰ ਉਹ ਕਹਿੰਦੇ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ
ਤੇ ਮੈਂ ਕਿਹਾ ਵਾਟ ਇਜ਼ ਦ ਕਲੋਜ਼ੈਸਟ ਥਿੰਗ ਯੂ ਕੈਨ ਡੂ ਟੂ ਫਲਾਈਂਗ ਐਂਡ ਦੈਟ ਇਜ਼ ਜੰਪਿੰਗ ਆਊਟ ਆਫ 에ਅਰਕ੍ਰਾਫਟਸ। ਸੋ ਪਤਾ ਲੱਗਾ ਪੈਰਾਸ਼ੂਟ ਰੈਜੀਮੈਂਟ ਹੁੰਦੀ ਹੈ ਇੱਕ ਆਰਮੀ ਦੇ ਵਿੱਚ, ਤੇ ਕਹਿੰਦੇ ਜੀ ਬੜਾ ਔਖਾ ਉਹਨਾਂ ਨੂੰ ਜੁਆਇਨ ਕਰਨਾ। ਤੋ ਉਹ ਬਸ ਸੈਂਸ ਆਫ ਐਡਵੈਂਚਰ ਸੀਗਾ ਬਚਪਨ ਤੋਂ ਕਿ ਇੱਕ ਵਾਰ ਪੰਗਾ ਲੈ ਕੇ ਦੇਖਣਾ ਹੀ ਹੈ ਹਰ ਚੀਜ਼ ਦਾ, ਹੈ ਨਾ। ਤੇ ਆਈ ਅਪਲਾਈਡ ਫॉर ਪੈਰਾਸ਼ੂਟ ਰੈਜੀਮੈਂਟ, ਤੇ ਪਹਿਲੀ ਵਾਰ ਉਹ ਇੱਥੇ ਜਿੱਦਾਂ SSC ਟ੍ਰੇਨਿੰਗ ਹੁੰਦੀ ਹੈ 6 ਮਹੀਨੇ ਦਾ ਪ੍ਰੋਬੇਸ਼ਨ ਵਗੈਰਾ ਹੁੰਦਾ ਹੈ, ਤੇ ਪਹਿਲੀ ਵਾਰ ਫੇਲ ਹੋ ਗਿਆ, ਤੇ 6 ਮਹੀਨੇ ਬਾਅਦ ਰਿਕਵਰ ਹੋ ਕੇ ਮੈਂ ਦੁਬਾਰਾ ਅਪਲਾਈ ਕੀਤਾ, ਦੂਜੀ ਵਾਰ ਪਾਸ ਹੋ ਗਿਆ। ਤੇ ਦੈਨ ਆਈ ਜੁਆਇਨ ਦੀ ਪੈਰਾਸ਼ੂਟ ਰੈਜੀਮੈਂਟ ਆਫ ਦੀ ਇੰਡੀਅਨ ਆਰਮੀ, ਤੇ ਉਹਨਾਂ ਨਾਲ ਫਿਰ ਮੈਂ 10 ਸਾਲ ਸਰਵਿਸ ਕਰਕੇ ਐਂਡ ਫਿਰ ਰਿਟਾਇਰ ਹੋ ਕੇ ਉੱਥੋਂ ਆਈ ਮੂਵ ਟੂ ਇੰਗਲੈਂਡ ਇਨ 2010। ਤੇ ਇੱਥੇ ਆਉਣ ਤੋਂ ਬਾਅਦ ਇੱਕ ਤਾਂ ਫੈਮਿਲੀ ਰੀਜ਼ਨ ਸੀਗਾ, ਮਾਈ ਸਨ ਵਾਸ ਗਰੋਇੰਗ ਅਪ ਹੇਅਰ, ਆਈ ਵਾਂਟਡ ਟੂ ਬੀ ਅਰਾਊਂਡ। ਤੇ ਦੂਜਾ ਆਈ ਵਾਂਟਡ ਟੂ ਸਿੰਸ ਮੇਰਾ ਸਾਰਾ ਬਚਪਨ ਤੇ ਜੋ ਯੂਥ ਜਿਹੜਾ ਸੀ ਆਰਮੀ 'ਚ ਗੁਜ਼ਰਿਆ ਸੀ, ਹੈ ਨਾ, I wanted to see the world from a different perspective. Army gives you one perspective, but ਹੋਰ ਵੀ ਕਈ ਨਜ਼ਰੀਏ ਆ ਦੁਨੀਆ ਦੇਖਣ ਦੇ। So I wanted to study further, see what else is to offer. ਤਾਂ ਇੱਥੇ ਆ ਕੇ ਫਿਰ ਮੈਂ ਮੈਨੂੰ ਐਡਮਿਸ਼ਨ ਮਿਲ ਗਿਆ ਕਿੰਗਸ ਕਾਲਜ ਦੇ ਵਿੱਚ ਵਾਰ ਸਟੱਡੀਜ਼ ਡਿਪਾਰਟਮੈਂਟ ਦੇ ਵਿੱਚ, ਉੱਥੋਂ ਮੈਂ ਮਾਸਟਰਸ ਕੀਤੀ। ਉਹ ਬੜਾ ਚੰਗਾ ਲੱਗਾ ਜੀ। ਆਈ ਮੀਨ ਕਾਫੀ ਗੱਲਾਂ ਕਲੀਅਰ ਹੋ ਗਈਆਂ ਆਰਮੀ ਦੇ ਟੈਕਟੀਕਲ ਆਪਰੇਸ਼ਨ ਲੈਵਲ 'ਤੇ ਜਿਹੜੀ ਚੀਜ਼ਾਂ ਅਸੀਂ ਕਰਦੇ ਰਹੇ ਹਾਂ, ਉਹ ਸਾਨੂੰ ਪਤਾ ਲੱਗਾ ਕਿ ਪੋਲੀਟੀਕਲ ਸਟ੍ਰੈਟਜਿਕ ਲੈਵਲ 'ਤੇ ਉਹਨਾਂ ਦਾ ਕੀ ਮਤਲਬ ਹੁੰਦਾ ਹੈ। ਸੋ ਉਹ ਬਿਗਰ ਪਿਕਚਰ ਥੋੜ੍ਹੀ ਕਲੀਅਰ ਹੋ ਗਈ ਉਹਦੇ ਨਾਲ। ਅਤੇ ਉਦੋਂ ਫਿਰ ਪੜ੍ਹਨ ਲਿਖਣ ਦਾ ਸ਼ੌਕ ਪੈ ਗਿਆ, ਅਤੇ ਹੁਣ ਉਸੇ ਨੂੰ ਕੈਰੀ ਫਾਰਵਰਡ ਕਰਦੇ ਹੁਣ ਮੈਂ PhD ਵੀ ਕਰ ਰਿਹਾ ਕਿੰਗ ਕਾਲਜ ਤੋਂ। ਅਤੇ ਇੱਕ ਉਹ ਆਰਮੀ ਦਾ ਜਿਹੜਾ ਸ਼ੌਕ ਚੜ੍ਹਿਆ ਸੀਗਾ ਉਹ ਵੀ ਪੂਰਾ ਹੋ ਰਿਹਾ ਬਿਕੋਜ਼ ਇੱਥੇ ਆ ਕੇ ਮੈਂ ਪਤਾ ਕੀਤਾ ਕਿ ਹਾਊ ਕੈਨ ਆਈ ਕੰਟਰੀਬਿਊਟ, ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਹੈ ਆਰਮੀ ਦਾ ਅਤੇ ਐਕਸਪਰਟੀਜ਼ ਹੈਗਾ ਹੈ, ਹਾਊ ਕੈਨ ਆਈ ਉਹਨੂੰ ਕਿੱਦਾਂ ਵੇਸਟ ਨਾ ਹੋ ਜਾਵੇ। ਅਤੇ ਰਿਜ਼ਰਵ ਫੋਰਸਿਸ ਦਾ ਪਤਾ ਲੱਗਾ ਅਤੇ ਆਈ ਕੈਨ ਜੁਆਇਨ ਦੈਟ। ਅਤੇ ਸੈਂਡਰਸ ਦਾ ਬੜਾ ਨਾਂ ਸੁਣਿਆ ਸੀਗਾ, ਸੈਂਡਰਸ ਅਕੈਡਮੀ, ਹਾਂਜੀ, ਵਰਲਡ ਫੇਮਸ ਅਕੈਡਮੀ ਹੈ ਜੀ। ਸਾਡੇ ਪੁਰਾਣੇ ਜਨਰਲਸ ਵਗੈਰਾ ਆਫਸਰਸ ਇੰਡੀਅਨ ਆਰਮੀ ਦੇ ਸਾਰੇ ਸੈਂਡਰਸ ਤੋਂ ਪਾਸ ਆਊਟ ਹੋ ਕੇ ਗਏ ਸੀਗੇ, ਤਾਂ ਉਹ ਵੀ ਸ਼ੌਕ ਸੀ ਕਿ ਇੱਕ ਵਾਰ ਸੈਂਡਰਸ ਵੀ ਜਾ ਕੇ ਦੇਖਣਾ। ਸੋ ਮੈਂ ਅਪਲਾਈ ਕੀਤਾ ਆਰਮੀ ਲਈ, ਅਤੇ ਉਹ ਵੀ ਟੈਸਟ ਕਲੀਅਰ ਹੋ ਗਏ। ਆਈ ਵੈਂਟ ਟੂ ਸਰਵਿਸ ਸਿਲੈਕਸ਼ਨ ਬੋਰਡ, ਆਰਮੀ ਆਫਸਰ ਸਿਲੈਕਸ਼ਨ ਬੋਰਡ, ਉਹ ਵੀ ਕਲੀਅਰ ਹੋ ਗਿਆ। ਸੋ ਫਿਰ ਸੈਂਡਰਸ ਜਾ ਕੇ ਟ੍ਰੇਨਿੰਗ ਕੀਤੀ, ਅਤੇ ਪਿਛਲੇ ਸਾਲ ਨਵੰਬਰ 'ਚ ਕਮਿਸ਼ਨ ਲੈ ਕੇ ਹੁਣ ਇਸ ਵੇਲੇ ਮੈਂ ਲੰਡਨ ਰੈਜੀਮੈਂਟ 'ਚ ਐਜ਼ ਅ ਪਲਟੂਨ ਕਮਾਂਡਰ ਸਰਵ ਕਰ ਰਿਹਾ। ਅਤੇ ਚੰਗੀ ਗੱਲ ਇਹ ਹੈ ਕਿ ਮੈਨੂੰ ਪਲਟੂਨ ਵੀ ਇੱਥੇ ਸਾਊਥ ਹਾਲ ਦੇ ਵਿੱਚ ਹੀ ਹੈਗੀ ਆਪਣੀ ਬੇਸਡ, ਜਿਹੜਾ ਸਾਊਥ ਹਾਲ ਬਰੋਡਵੇ ਦੇ ਉੱਤੇ ਆਰਮੀ ਰਿਜ਼ਰਵ ਸੈਂਟਰ ਹੈ, ਅਤੇ ਉੱਥੇ ਮੈਂ ਪਲਟੂਨ ਕਮਾਂਡਰ, ਅਤੇ ਆਪਣੀ ਇਨਫੈਂਟਰੀ ਦੀ ਪਲਟੂਨ ਹੈਗੀ ਹੈ ਵਿਚ ਇਜ਼ ਵੈਰੀ ਗੁੱਡ ਓਪਰਚੁਨਿਟੀ ਫॉर ਦੀ ਕਮਿਊਨਿਟੀ। ਆਪਣੇ ਜਿਹੜੇ ਆਪਾਂ ਦੀ ਗੱਲ ਕਰਾਂਗੇ ਬਹੁਤ ਹੀ ਦੈਟ ਸਮਥਿੰਗ ਡੈਫੀਨਿਟਲੀ ਲਾਈਕ ਟੂ ਟਾਕ ਅਬਾਊਟ ਇਟ, ਕਿਉਂਕਿ ਮੇਰੇ ਕੋਲ ਜਿੱਦਾਂ ਮੈਂ ਦੱਸਿਆ ਮੇਰਾ ਮਕਸਦ ਹੀ ਹੈਗਾ ਆਪਾਂ ਲੋਕਾਂ ਨੂੰ ਇਨਕਰੇਜ ਕਰੀਏ। ਪਹਿਲਾਂ ਕਹਿੰਦੇ ਚੈਰਿਟੀ ਬਿਗਿਨਸ ਹੋਮ, ਮੈਂ ਪਹਿਲਾਂ ਜਿਹੜਾ ਪਿੰਡ ਆ ਸਾਡਾ ਸਾਊਥ ਤੋਂ ਲੈਤੋਂ ਸ਼ੁਰੂ ਕਰਾਂਗੇ, ਦੈਟ ਬੀ ਸੋ ਨਾਈਸ। ਮੈਂ ਨਾ ਸੇਮ ਚੀਜ਼ ਮੈਂ ਰੀਅਲੀ ਮੈਂ ਤੁਹਾਨੂੰ ਤਾਂ ਪਹਿਲੇ ਨਾ ਆਈ ਡੋਨਟ ਨੋ ਹਾਊ ਟੂ ਰਿਕਮੈਂਡ ਕਿ ਤੁਸੀਂ ਇੰਨਾ ਜ਼ਬਰਦਸਤ ਇੱਕ ਲੜਕੀ ਲਈ ਆਰਮੀ 'ਚ ਜਾਣਾ ਨਾ, ਬੰਦਾ ਕਹਿੰਦਾ ਵਾਓ। ਮੈਂ ਤੁਹਾਨੂੰ ਡਾਊਨ ਨਹੀਂ ਕਰਦਾ ਕਿਉਂਕਿ ਲੜਕੀ ਦਾ ਬਹੁਤ ਮੈਂ ਦਿਲੋਂ ਤੁਹਾਨੂੰ ਖੁਦ ਵੀ ਕਹਿ ਰਿਹਾ, ਮੈਨੂੰ ਆਰਮੀ ਦੇ ਆਉਂਦੇ ਰਹਿੰਦੇ ਨੇ, 에ਅਰ ਫੋਰਸ ਦੇ, ਨੇਵੀ ਦੇ, ਮੈਂ ਪੁਲਿਸ ਵਗੈਰਾ ਦੇ ਵੀ, ਲੇਕਿਨ ਜਦੋਂ ਮੈਂ ਲੜਕੀਆਂ ਨੂੰ ਦੇਖਦਾ ਐਕਸ਼ਨ ਨੂੰ ਨਾ, ਮੈਨੂੰ ਮੇਰੇ ਅੰਦਰ ਮੂੰਹ ਕੋਲੋਂ ਵਾਓ ਨਿਕਲ ਜਾਂਦਾ। ਦਿਸ ਇਜ਼ ਤੁਸੀਂ ਕਿੱਥੇ ਤੁਹਾਡਾ ਕਿੱਥੇ ਜਨਮ ਹੋਇਆ ਸੀ? ਸੋ ਮੇਰਾ ਜਨਮ ਹੋਇਆ ਸੀਗਾ ਇੰਡੀਆ ਦੇ ਵਿੱਚ, ਤੇ ਪਲੇਸ ਦਾ ਨਾਮ ਹੈ ਫਿਲੌਰ ਦੇ ਲਾਗੇ ਗੁਰਾਇਆ। ਸੋ ਮੈਂ ਬੋਪਰਾਇਆ ਦੀ ਜੰਮੀ ਪਲੀ ਹਾਂ। ਉੱਥੋਂ ਮੈਂ 2007 ਦੇ ਵਿੱਚ ਅਗਸਤ ਜਿੱਥੇ ਮੂਵ ਹੋਈ ਇੰਗਲੈਂਡ 'ਚ, ਅਤੇ ਇੱਥੇ ਇੰਗਲੈਂਡ 'ਚ ਮੈਂ ਆਈ ਸੀਗੀ ਐਜ਼ ਅ ਵਿਜ਼ਟਰ ਵੀਜ਼ਾ, ਆਪਣੀ ਫੈਮਿਲੀ ਨੂੰ ਦੇਖਣ ਆਈ ਸੀ, ਭੂਆ ਜੀ ਫੁੱਫੜ ਜੀ ਨੂੰ ਜੋ ਹੇਸ 'ਚ ਰਹਿੰਦੇ ਆ। ਅੱਛਾ। ਅਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਤੂੰ ਆਰਮੀ 'ਚ ਜਾ ਸਕਦੀ। ਮੇਰਾ ਆਰਮੀ 'ਚ ਇੰਡੀਆ ਤੋਂ ਹੀ ਸ਼ੁਰੂ ਤੋਂ ਰਿਹਾ ਸੀਗਾ। ਪਰ ਕਿਉਂ ਫੈਮਿਲੀ ਸੀਗਾ ਕੋਈ? ਨਹੀਂ, ਮੇਰੀ ਫੈਮਿਲੀ 'ਚ ਕੋਈ ਨਹੀਂ ਹੈਗਾ, ਮੈਂ ਪਹਿਲੀ ਕੁੜੀ ਹਾਂ ਜਿਹੜੇ ਆਰਮੀ ਜੁਆਇਨ ਕੀਤੀ ਹੈ। ਪਰ ਕਿਸ ਤਰ੍ਹਾਂ ਮਾਈਂਡ 'ਚ ਆਇਆ ਮੈਨੂੰ ਦੱਸੋ? ਮੇਰੀ ਫਰੈਂਡ ਸੀਗੀ ਇੱਥੇ ਇੱਕ, ਉਹ ਵੀ ਦਿੱਲੀ ਦੀ ਆ ਮੇਰੀ ਫਰੈਂਡ, ਹਰਪ੍ਰੀਤ ਕੌਰ ਉਹਦਾ ਨਾਮ ਆ, ਉਹ ਵੀ ਇੰਡੀਆ ਦੀ ਜੰਮੀ ਪਲੀ ਆ। ਉਹਨੇ ਇੱਥੇ ਆ ਕੇ ਆਰਮੀ ਜੁਆਇਨ ਕੀਤੀ ਸੀਗੀ, ਐਂਡ ਆਈ ਥਿੰਕ ਸ਼ੀ ਵਾਸ ਦ ਫਰਸਟ ਸਿੱਖ ਗਰਲ ਟੂ ਜੁਆਇਨ ਦੀ ਆਰਮੀ, ਔਰ ਪ੍ਰੋਬਬਲੀ ਦ ਸੈਕੰਡ ਵਨ। ਬਹੁਤ ਅੱਛੀ ਗੱਲ। ਸੋ she used to live in South Hall. I got really inspired by her. So ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨੂੰ ਜਾ ਕੇ ਮਿਲੀ, ਕੰਟੈਕਟ ਨੰਬਰ ਲਿਆ। ਸੋ ਉਹਨੇ ਮੈਨੂੰ ਕਿਹਾ ਸੀਗਾ ਹਾਂ ਜੇ ਮੈਂ ਕਰ ਸਕਦੀ ਹਾਂ ਤਾਂ ਤੂੰ ਵੀ ਕਰ ਸਕਦੀ ਹਾਂ। ਸੋ ਮੈਂ ਫਿਰ ਇੱਦਾਂ ਹੀ ਆਪਣੇ ਫੁੱਫੜ ਜੀ ਨਾਲ ਗੱਲ ਕੀਤੀ, ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਪ੍ਰਦੀਪ ਯੂ ਸ਼ੁੱਡ ਗੋ ਫॉर ਇਟ। ਸੋ ਮੈਂ ਵੈਂਬਲੀ ਆਫਿਸ 'ਚ ਗਈ, ਉੱਥੇ ਜਾ ਕੇ ਆਪਣਾ ਪਾਸ ਕੀਤਾ। ਬਾਪ ਟੈਸਟ ਕਰਦੇ ਹੁੰਦੇ ਆ, ਤੁਹਾਡੀ ਜਿਹੜੀ ਜੋਬ ਤੁਸੀਂ ਕਰਨੀ ਉਹਦੇ ਅਕੋਰਡਿੰਗਲੀ ਤੁਹਾਡੇ ਸਕੋਰ ਆਉਂਦੇ ਆ। ਸੋ ਸਕੋਰ ਮੇਰੇ ਗੁੱਡ ਆਏ ਸੀ, ਕਿੰਨੀਆਂ ਜੋਬ ਲਿਸਟ ਮੈਨੂੰ ਮਿਲੀਆਂ ਸੀਗੀਆਂ। ਅਤੇ ਉਸ ਤੋਂ ਜੁਆਇਨ ਕਰਨ ਤੋਂ ਪਹਿਲਾਂ, ਸਿਲੈਕਸ਼ਨ ਕਰਨ ਤੋਂ ਪਹਿਲਾਂ ਮੇਰੀ ਫਿਟਨੈਸ ਵੀ ਇੰਨੀ ਨਹੀਂ ਸੀਗੀ, ਕਿਉਂਕਿ ਇੰਡੀਆ 'ਚ ਤੁਹਾਨੂੰ ਪਤਾ ਸਕੂਲ ਜਾਂਦੇ ਹਾਂ, ਸਕੂਲੋਂ ਆ ਕੇ ਕੰਮ ਕਰਦੇ ਹਾਂ, ਐਂਡ ਆਪਣਾ ਘਰ ਦਾ ਕੰਮ ਕਰਦੇ ਹਾਂ, ਸਕੂਲ ਦਾ ਯੂਨੀਫਾਰਮ ਦਾ ਕੰਮ ਹੁੰਦਾ। ਉਸ ਤੋਂ ਬਾਅਦ ਓਬਵੀਅਸਲੀ ਇੰਨੀ ਫਿਟਨੈਸ ਨਹੀਂ ਹੋਈ। ਇੱਥੇ ਆ ਕੇ ਮੈਂ ਆਪਣੇ ਆਪ ਨੂੰ ਕਾਫੀ ਫਿਟ ਰੱਖਿਆ, ਟ੍ਰੇਨਿੰਗ ਕੀਤੀ। ਨੇਲੀ ਮੈਨੂੰ 9 ਮਹੀਨੇ ਲੱਗ ਗਏ ਸੀ ਆਰਮੀ ਜੁਆਇਨ ਕਰਨ ਲਈ, ਕਿਉਂਕਿ ਜਦੋਂ ਤੁਸੀਂ ਆਰਮੀ 'ਚ ਜਾਂਦੇ ਆ ਤੁਸੀਂ ਚਾਹੁੰਦੇ ਆ ਕਿ ਤੁਸੀਂ ਥੋੜ੍ਹੇ ਫਿੱਟ ਹੋਵੋ, ਕਿਉਂਕਿ ਸਾਡੀ ਅਪਰ ਬੋਡੀ ਸਟਰੈਂਥ ਵੀ ਹੋਣੀ ਚਾਹੀਦੀ ਆ, ਸਪੈਸ਼ਲੀ ਆਪਣੀਆਂ ਕੁੜੀਆਂ ਲਈ ਇੰਨੀ ਅਪਰ ਬੋਡੀ ਸਟਰੈਂਥ ਹੈ ਨਹੀਂ। ਮੈਂ ਸਾਰਿਆਂ ਲਈ ਨਹੀਂ ਕਹਿੰਦੀ, ਮੋਸਟਲੀ ਨਹੀਂ ਹੈਗੀ। ਸੋ
ਆਪਣੇ ਆਪ ਨੂੰ ਜਿਮ 'ਚ ਗਈ, ਲੈ ਕੇ ਆਪਣੇ ਆਪ ਨੂੰ ਕਾਫੀ ਟ੍ਰੇਨ ਕੀਤਾ ਆਰਮੀ ਲਈ। ਸੋ ਫਾਈਨਲੀ ਮੇਰੀ ਸਿਲੈਕਸ਼ਨ ਹੋ ਉਹਦਾ ਗਈ। ਕੀ ਰਿਕੁਆਇਰਮੈਂਟ ਹੈਗੀ ਹੈ, ਕੁਝ weight ਦਾ, ਸਾਈਜ਼ ਦਾ? ਸੋ ਜਿਸ ਦਾ ਮੈਂ ਜੁਆਇਨ ਕੀਤੀ ਸੀ ਆਰਮੀ 2009 ਚ ਮੈਂ ਸ਼ੁਰੂ ਕੀਤੀ ਸੀਗੀ ਆਰਮੀ, ਤੇ ਸਿਲੈਕਸ਼ਨ ਦੇ ਵਿੱਚ ਮੈਂ ਜਦੋਂ ਗਈ ਸੀ ਤਾਂ ਮੇਰੀ ਏਜ ਵੀ ਉਸ ਟਾਈਮ ਕਾਫੀ ਯੰਗ, ਆਮ ਨਾਟ ਸੇਇੰਗ ਆਮ You old, still but- young anyway. So I was about 19 years old ਜਦੋਂ ਮੈਂ ਆਰਮੀ ਜੁਆਇਨ ਕੀਤੀ। ਉਦੋਂ ਮੈਂ ਹੁਣ ਆਪੇ ਹਿਸਾਬ ਲਾ ਲੈਣਾ। ਸੋ ਸਿਲੈਕਸ਼ਨ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜਾ ਸਟੈਂਡਰਡ ਉਹ ਰਿਕੁਆਇਰ ਸਟੈਂਡਰਡ ਹੁੰਦਾ ਨਾ ਆਰਮੀ ਦਾ, ਕਿ ਤੁਸੀਂ 150 ਮੀਟਰ ਤੁਰਨਾ ਪੈਂਦਾ, ਤੁਹਾਨੂੰ 20 ਕਿਲੋ ਦੇ ਜਾਰੀ ਕੈਨ ਹੁੰਦੇ ਆ ਪਾਣੀ ਨਾਲ ਭਰੇ, ਉਹ ਲੈ ਕੇ ਤੁਰਨਾ ਪੈਂਦਾ ਸੀਗਾ। ਪਹਿਲੀ ਵਾਰੀ ਮੈਂ ਸਿਲੈਕਸ਼ਨ ਤੇ ਗਈ ਸੀ, ਓਬਵੀਅਸਲੀ ਮੇਰੀ ਅਪਰ ਬੋਡੀ ਸਟਰੈਂਥ ਇੰਨੀ ਨਾ ਹੋਣ ਕਰਕੇ ਤੇ ਮੈਨੂੰ ਉਹਨਾਂ ਨੇ ਡਿਫਰ ਕਰਤਾ ਕਿ ਤੁਹਾਨੂੰ ਦੁਬਾਰਾ ਵਾਪਸ ਆਉਣਾ ਪੈਣਾ, ਕਿਉਂਕਿ ਆਈ ਜਸਟ ਡ੍ਰੌਪ them, ਕਿ ਮੇਰੇ ਹੱਥਾਂ ਨੂੰ ਪਸੀਨਾ ਆ ਰਿਹਾ ਸੀ, couldn't complete। ਸੋ ਰਨਿੰਗ ਕਰਨੀ ਸੀ ਵਿਚ ਵਾਸ ਫਾਈਨ। ਤੁਹਾਨੂੰ ਉਸ ਟਾਈਮ 'ਤੇ ਤੁਹਾਨੂੰ ਨੱਠਣਾ ਪੈਂਦਾ ਸੀਗਾ 1.5 ਮਾਈਲਸ 2.4 ਕਿਲੋਮੀਟਰ ਅੰਡਰ 13 ਮਿੰਟਸ। ਸੋ ਮੇਰਾ ਕਾਫੀ ਵਧੀਆ ਟਾਈਮ ਆ ਗਿਆ ਸੀ, 10 ਮਿੰਟ 5 ਸੈਕਿੰਡ 1.5 ਮਾਈਲਸ। ਉਸ ਤੋਂ ਬਾਅਦ ਤੁਹਾਨੂੰ ਹੀਵਸ ਕਰਨੇ ਪੈਂਦੇ ਆ, ਜਿਹਨੂੰ ਆਪਾਂ ਕਹਿੰਦੇ ਪੁਸ਼ ਅਪ ਵੀ ਕਰਨੇ ਪੈਂਦੇ ਸੀਗੇ, ਤੇ ਇੱਕ ਤੁਹਾਨੂੰ ਨਾ ਬਾਰ ਲੱਗੀ ਹੁੰਦੀ ਆ, ਉੱਥੇ ਆਪਣੇ ਆਪ ਨੂੰ ਹੈਂਗ ਕਰਕੇ ਯੂ ਹੈਵ ਟੂ ਪੁੱਲ I've seen ਯੋਰਸੈਲਫ few ਅਪ। times, yeah. ਸੋ ਉਹ ਤੁਹਾਨੂੰ ਪੰਚ ਕਰਨੇ ਪੈਂਦੇ ਸੀ, ਉਹ ਵੀ ਹੋ ਗਏ ਸੀ। ਸੋ ਇਟ ਵਾਸ ਕੁਆਇਟ ਚੈਲੰਜਿੰਗ ਐਂਡ ਫਾਈਨਲੀ ਮੇਰਾ ਪਾਸ ਹੋ ਗਿਆ ਸੀ, ਸਿਲੈਕਸ਼ਨ ਪਾਸ ਹੋ ਗਈ, ਐਂਡ ਦੈਨ ਫਾਈਨਲੀ ਆਈ ਗੋਟ ਟੂ ਦੀ ਆਰਮੀ। ਜਦੋਂ ਮੇਰੀ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਗਈ ਸੀ, ਆਈ ਵਾਸ ਸੋ ਹੈਪੀ ਬਿਕਾਜ਼ ਇਟ ਟੁਕ ਮੀ 2 attempts to pass ਮੈਨੂੰ my ਪੁੱਛਣ ਦੀ ਲੋੜ ਨਹੀਂ, selection. ਤੁਸੀਂ ਹੈਪੀ, ਤੁਹਾਡੇ ਚਿਹਰੇ ਤੋਂ ਪਤਾ Anji, ਲੱਗਦਾ and ਬਹੁਤ ਕੁਝ so ਹੈ। I'm really pleased that I am actually in the British Army, serving in the British Army. I'm the first female or the first child from a family that serving in the British Army, especially coming from ਤੁਸੀਂ India. ਕਹਿੰਦੇ ਪਿਓ ਕਿ ਮੈਂ ਬਹੁਤ ਖੁਸ਼ ਹੈਗੀ, ਤੁਸੀਂ ਬਹੁਤ ਆਪਣਾ ਜ਼ਿਕਰ ਕਰ ਰਹੇ ਹੋ, ਆਪਣਾ ਜ਼ਾਹਿਰ ਕਿ ਮੈਂ ਬਹੁਤ ਖੁਸ਼ ਹੈ। ਅੱਜ ਜਿਹੜੀ ਸਿੱਖ ਕਮਿਊਨਿਟੀ ਤੁਹਾਨੂੰ ਦੁਨੀਆ 'ਚ ਦੇਖਦੀ ਪਈ ਨਾ, ਦੇ ਆਰ ਹੈਪੀ ਅਬਾਊਟ ਯੂ। ਨਹੀਂ, ਬੜੀ ਵੱਡੀ ਗੱਲ ਹੈਗੀ ਹੈ। ਦੇਖੋ, ਆਪਣੇ ਹੁੰਦੇ ਲੋਕ ਲੱਤਾਂ ਖਿੱਚਣ ਵਾਲੇ ਵੀ ਥੋੜ੍ਹੇ, ਹਾਂਜੀ। ਪਰ ਮੈਜੋਰਿਟੀ ਲੋਕ ਜਦੋਂ ਮੈਂ ਤੁਹਾਨੂੰ ਲੈ ਕੇ ਆਇਆ ਨਾ, ਅੱਜ 2 ਮਕਸਦ ਹੈਗੇ। ਇੱਕ ਤਾਂ ਲੋਕ ਤੁਹਾਨੂੰ ਇੰਸਪਾਇਰ ਕਰਨਗੇ, ਹੁਣ ਜਿੱਦਾਂ ਤੁਹਾਡੀ ਫਰੈਂਡ ਨੇ ਤੁਹਾਨੂੰ ਇੰਸਪਾਇਰ ਕੀਤਾ, ਤੁਸੀਂ ਵੀ ਕਿਤੋਂ ਇੰਸਪਾਇਰ ਹੋਏ ਤੁਹਾਡੇ ਫਾਦਰ ਨੂੰ ਦੇਖ ਕੇ। ਮੈਂ ਅੱਜ ਦੇਖਣਾ ਕਿ ਤੁਸੀਂ ਜਿਹੜੇ ਸਾਡੇ ਵਿਊਅਰਸ ਸਾਨੂੰ ਦੇਖ ਰਹੇ, ਤੁਸੀਂ ਕੀ ਛੱਡ ਕੇ ਜਾਂਦੇ ਹੋ ਪਿੱਛੇ ਕਿ ਲੋਕ ਤੁਹਾਡੇ ਇੰਸਪਾਇਰ ਹੋ ਕੇ ਜੁਆਇਨ ਕਰਨ। ਮੇਰਾ ਮਕਸਦ ਆਹੀ ਹੈ। ਤੁਸੀਂ 2 ਲੜਕੀਆਂ ਤੁਸੀਂ ਕਿਤੋਂ ਜੁਆਇਨ ਕਰੋ, ਤੁਸੀਂ ਇੱਕ ਬੰਦਾ ਕਰਾਓ, ਉਹ ਕਹਿੰਦੇ ਬੰਦਾ ਕਿੱਥੋਂ ਤੋਂ ਸਟਾਰਟ ਹੋਇਆ ਨਾ। ਇਹ ਪਤਾ ਮੇਰੇ ਟਾਈਮ ਦੇ ਉੱਪਰ ਮੈਂ ਆਪਣੀ ਬਹੁਤੀ ਨਹੀਂ, ਕਿਉਂਕਿ ਇੰਟਰਵਿਊ ਤੁਹਾਡੀ ਮੇਰੀ ਨਹੀਂ ਹੈਗੀ, ਮੈਂ ਹਮੇਸ਼ਾ ਜ਼ਿਕਰ ਕਰਦਾ। ਮੈਂ ਅਫਰੀਕਾ ਰਹਿੰਦਾ ਸੀ, ਜਦੋਂ ਮੈਨੂੰ ਇੰਡੀਅਨ ਆਰਮੀ ਜੁਆਇਨ ਕਰਨ ਦਾ ਮੌਕਾ ਲੱਗਿਆ ਸੀ, when I was younger, ਤੇ ਮੇਰੀ ਮਾਂ ਨੇ ਰੋਣਾ ਪਾਤਾ, ਘਰ ਦੇ ਵਿੱਚ ਬਹੁਤ ਕਲੇਸ਼ ਪਿਆ, ਸਾਡੇ ਰੋਟੀ ਨਹੀਂ ਬਣੀ ਉਧਰ ਰਾਤ ਨੂੰ। ਤੇ ਮੈਂ ਤਾਂ ਕਰਕੇ ਰਹਿ ਗਿਆ, ਕਿਉਂਕਿ ਮਾਵਾਂ ਨੂੰ ਪਿਆਰ ਮੁਹੱਬਤ ਹੁੰਦੀ ਹੈ। ਇਹ ਇੱਕ ਲੜਕਿਆਂ ਲਈ ਬੜਾ ਮੁਸ਼ਕਿਲ ਹੈ, ਇੱਕ ਮਾਂ ਪਿਓ ਨੇ ਲੜਕੀ ਨੂੰ ਕਿੱਦਾਂ ਇਜਾਜ਼ਤ ਦਿੱਤੀ, ਇਹ ਬੜੀ ਵੱਡੀ ਗੱਲ ਹੈ। ਮੇਰੇ ਉਹੀ ਜਦੋਂ ਮੈਂ ਕਿਹਾ ਸੀਗਾ ਕਿ ਆਰਮੀ ਜੁਆਇਨ ਕਰਨੀ, ਮੇਰੇ ਫੁੱਫੜ ਜੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਜਿਹੜੇ ਹੇਸ 'ਚ ਰਹਿੰਦੇ ਆ। ਵੈਰੀ ਗੁੱਡ। ਤੇ ਉਹਨਾਂ ਨੇ ਮੈਨੂੰ ਕਿਹਾ ਸੀ, ਪ੍ਰਦੀਪ ਕਰ ਲਾ ਜੇ ਤੂੰ ਕਰਨਾ ਚਾਹੁੰਦੀ ਆ। ਪਰ ਮੈਂ ਨਾ ਜਦੋਂ ਇੰਡੀਆ ਸਕੂਲ 'ਚ ਪੜ੍ਹਦੀ ਹੁੰਦੀ ਸੀ, 7ਵੀਂ 8ਵੀਂ ਕਲਾਸ 'ਚ ਹੁੰਦੀ ਸੀ, ਸਾਡਾ ਜਿੱਥੇ ਪਿੰਡ ਸੀਗਾ ਤੇ ਉੱਥੋਂ ਢੇਸੀਆਂ ਦੇ ਲਾਗੇ, ਸੰਗ ਢੇਸੀਆਂ ਦੇ ਲਾਗੇ, ਉੱਥੋਂ ਕਾਫੀ ਹੈ ਨਾ ਆਰਮੀ ਦੇ ਟਰੱਕ ਜਾਂਦੇ ਹੁੰਦੇ ਸੀ। ਕਿਆ ਤੇ ਬਾਤ। ਮੈਂ ਜਦੋਂ ਕਾਲਜ ਆਉਂਦੀ ਹੁੰਦੀ ਸੀਗੀ ਨਾ, ਉਹ ਟਰੱਕ ਦੇ ਵਿੱਚ ਪਿੱਛੇ ਸਾਰੇ ਨਾ ਸੋਲਜਰ ਬੈਠੇ ਹੁੰਦੇ ਸੀਗੇ, ਤੇ ਉਹਨਾਂ ਨੂੰ ਬਾਏ ਬਾਏ ਕਰਦੀ ਹੁੰਦੀ ਸੀ। Really? ਹਾਂਜੀ। ਸੋ ਮੇਰੇ ਨਾ ਮੰਮੀ ਮੈਨੂੰ ਕਹਿੰਦੇ ਹੁੰਦੇ ਸੀ ਹਮੇਸ਼ਾ ਕਿ ਤੂੰ ਨਾ ਹਮੇਸ਼ਾ ਉਹਨਾਂ ਨੂੰ ਬਾਏ ਕਰਦੀ ਰਹਿੰਦੀ, ਇੱਦਾਂ ਚੰਗਾ ਨਹੀਂ ਹੁੰਦਾ। ਮੈਂ ਕਿਹਾ ਮੰਮੀ ਨਹੀਂ, ਯੂਨੀਫਾਰਮ ਦੇਖ ਕੇ ਨਾ ਇਟ ਲੁੱਕ ਸੋ ਗੁੱਡ। ਤੇ ਮੈਨੂੰ ਕਦੀ ਵੀ ਨਹੀਂ ਇੰਨਾ ਮੈਨੂੰ ਹੁੰਦਾ ਸੀ ਕਿ ਮੈਂ 12 ਪਾਸ ਕਰਕੇ ਜਾਂ 12 ਦੀ ਸਟੱਡੀ ਕਰਕੇ ਮੈਂ ਨਾ ਕੈਡੈਟ ਸਰਵਿਸ 'ਚ ਜਾਣਾ, ਪਰ ਉਹ ਮੌਕਾ ਨਹੀਂ ਮਿਲਿਆ, ਕਿਉਂਕਿ ਉਹ ਪੜ੍ਹਦੀ ਮੈਂ ਆਪਣੇ ਪੇਪਰ ਦੇ ਕੇ 12ਵੀਂ ਫੁੱਫੜ ਜੀ ਦਾ ਨਾਮ ਕੀ ਹੈਗਾ? ਫੁੱਫੜ ਜੀ ਦਾ ਨਾਮ ਹੈਗਾ ਮੇਰੀ ਭੂਆ ਜੀ ਦਾ ਨਾਮ ਰਜਿੰਦਰ ਕੌਰ ਆ, ਤੇ ਫੁੱਫੜ ਜੀ ਦਾ ਨਾਮ ਕਰਨੈਲ ਸਿੰਘ ਕੁੜੈਲ। ਹਾਂਜੀ, ਮੈਂ ਉਹਨਾਂ ਨੂੰ ਖੁਦ ਪਰਸਨਲੀ ਮੈਂ ਸ਼ੁਕਰਾਨਾ ਕਰਦਾ ਤੁਹਾਡਾ ਓਨੈਸਟਲੀ ਕਿ ਤੁਸੀਂ ਉਹਨਾਂ ਨੂੰ ਇਨਕਰੇਜ ਕੀਤਾ, ਤੇ ਅੱਜ ਉਹ ਇੱਕ ਮਾਡਲ ਬਣੀ ਹੋਈ ਹੈ। ਲੋਕੀ ਇਹਨੂੰ ਦੇਖ ਕੇ ਮੈਂ ਚਾਹੁੰਦਾ ਕਿ ਤੁਹਾਡੇ ਵਰਗੇ ਬੜੇ ਫੁੱਫੜ ਹੋਣ ਜੋ ਆਪਣੀ ਲੜਕੀਆਂ ਨੂੰ ਇੱਦਾਂ ਭੇਜਣ। ਵੈਰੀ ਉਹਨਾਂ ਨਾਈਸ। ਨੇ ਮੇਰਾ ਸੱਚੀ ਇੰਨਾ ਸਾਥ ਦਿੱਤਾ ਨਾ, ਉਹਨਾਂ ਕਰਕੇ ਅੱਜ ਮੈਂ ਇੱਥੇ ਆਰਮੀ ਦੇ ਵਿੱਚ ਹੋਈ ਹਾਂ, ਉਹਨਾਂ ਕਰਕੇ ਅੱਜ ਮੈਂ ਜਿੱਥੇ ਮੈਂ ਬੈਠੀ ਹਾਂ ਅੱਜ ਉਹਨਾਂ ਕਰਕੇ ਹਾਂ। ਮੈਂ ਨੈਕਸਟ ਕੁਐਸਚਨ ਪੁੱਛਣ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਕਹਾਂਗਾ ਨਾ, ਜ਼ਰੂਰ ਜੀ। ਇਹ ਜਿਹੜੀ ਚੀਜ਼ ਹੈਗੀ ਨਾ ਜੋ ਤੁਹਾਨੂੰ ਉਹਨਾਂ ਨੇ ਰਸਤਾ ਦਿਖਾਇਆ, ਹਾਂਜੀ। ਉਹਨਾਂ ਦੀ ਇੱਜ਼ਤ ਕਦੀ ਨਾ ਭੁੱਲਿਓ। ਨਹੀਂ, ਕਦੀ ਨਹੀਂ ਜੀ। ਆਲਵੇਜ਼ ਰਿਮੈਂਬਰ। ਹਾਂਜੀ। ਮੇਰੀ ਇੱਕ ਨਾ ਮੇਰੀ ਜ਼ਰੂਰ ਜੀ, ਪਰਸਨਲ ਹਾਂਜੀ। ਐਡਵਾਈਸ ਹੈਗੀ ਹੈ। ਹੁਣ ਤੁਸੀਂ ਟੈਸਟ ਦੀ ਗੱਲ ਕਰਦੇ ਸੀ, ਐਕਸਰਸਾਈਜ਼ ਵਗੈਰਾ, ਇਹ ਲੇਡੀ ਦਾ ਤੇ ਆਦਮੀਆਂ 'ਚ ਫਰਕ ਹੁੰਦਾ ਕੁਝ? ਹਾਂਜੀ, ਥੋੜਾ ਜਿਹਾ ਟੈਸਟ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ, ਟਾਈਮਿੰਗਸ ਤੇ ਏਜ ਵਾਈਜ਼ ਤੇ ਰੋਲ, ਸਪੈਸ਼ਲੀ ਰੋਲ ਵਾਈਜ਼ ਡਿਪੈਂਡਿੰਗ ਔਨ। ਪਰ ਤੁਹਾਨੂੰ ਸਟਰੋਂਗਰ ਦਿੰਦੇ ਨੇ ਟੈਸਟ ਵਗੈਰਾ ਦਾ, ਇਹਨਾਂ ਨੂੰ ਥੋੜਾ ਲਾਈਟਰ ਹੁੰਦਾ ਹੋਵੇਗਾ, ਸਮਥਿੰਗ ਲਾਈਕ। ਹਾਂਜੀ, ਥੋੜਾ ਫਰਕ ਹੈਗਾ ਹੈ, ਥੋੜਾ ਜਿਹਾ ਦੋਨਾਂ ਦੇ ਵਿੱਚ ਦੀ ਜੈਂਡਰ ਐਜ਼ ਅ ਸੈਡ ਹੈ ਨਾ, ਕਿ ਆਪਣਾ ਏਜ ਤੇ ਰੋਲਸ ਦੇ ਵਿੱਚ ਥੋੜਾ ਫਰਕ ਹੈਗਾ। ਬਟ
ਆਈ ਊਡ ਸੇ ਬਸ ਫਿਜ਼ੀਕਲ ਫਿਟਨੈਸ ਤਾਂ ਚਾਹੀਦੀ ਹੁੰਦੀ ਹੈ। ਪਰ ਬੁਰਾ ਨਾ ਮੰਨਿਓ, ਇਹ ਜਦੋਂ ਉੱਦਾਂ ਗੱਲ ਹੁੰਦੀ ਹੈ ਕਹਿੰਦੇ ਕਿ ਸਾਨੂੰ ਇਕਲੀ ਟ੍ਰੀਟ ਕਰੋ ਆਦਮੀਆਂ ਦੇ ਬਰਾਬਰ। ਨਹੀਂ ਜਦੋਂ ਟੈਸਟ ਦੀ ਗੱਲ ਹੁੰਦੀ ਹੈ ਬਈ ਸਾਨੂੰ ਹਲਕਾ ਦੇਵੋ, ਇਹਨਾਂ ਨੂੰ ਭਾਰਾ ਦੇਵੋ। ਨਹੀਂ ਜੀ, ਹਲਕੇ ਤਾਂ ਨਹੀਂ ਹੈਗੇ ਟੈਸਟ। ਆਈ ਮੀਨ ਜਿਹੜਾ ਵੀ ਸਟੈਂਡਰਡ ਹੈਗਾ ਹੈ, ਜਿੱਦਾਂ ਹੁਣ ਇਹਨਾਂ ਨੇ ਦੱਸਿਆ 2.4 ਇਹਨਾਂ ਨੇ 10 ਮਿੰਟਸ ਟੂ ਦੇ ਵਿੱਚ ਕੀਤੀ, ਮੈਂ 10 ਮਿੰਟਸ 30 ਸੈਕਿੰਡ 'ਚ ਕੀਤੀ ਸੀਗੀ। ਸੋ ਦੇਖ ਲਓ, ਆਈ ਮੀਨ ਉਹ ਤਾਂ ਮਿਹਨਤ ਦੇ ਉੱਤੇ ਹੈਗਾ, ਜਿੰਨਾ ਤੁਸੀਂ ਮਿਹਨਤ ਕਰੋ ਉਨਾ ਹੀ ਚੰਗਾ ਟਾਈਮ ਹੋਏਗਾ। ਸੌਰੀ ਟੂ ਇੰਟਰਰਪਟ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਰਮੀ ਦੇ ਵਿੱਚ ਟੈਸਟ ਹੈਗੇ ਆ, ਕਾਫੀ ਚੈਲੰਜਿੰਗ ਟੈਸਟ ਹੈਗੇ ਆ, ਬਟ ਆਰਮੀ ਦੇ ਵਿੱਚ ਕੁੜੀਆਂ ਵੀ ਇੰਨੀਆਂ ਸਟਰੋਂਗ ਹੈ ਜਿਹੜੀਆਂ ਮੁੰਡਿਆਂ ਨੂੰ ਪਿੱਛੇ ਛੱਡ ਦਿੰਦੀਆਂ ਆ। ਮੈਂ ਆਮ ਨਾਟ ਸਿੰਗਿੰਗ ਮੋਨ ਪ੍ਰੇਸ, ਪਰ ਮੈਨੂੰ ਪਤਾ ਕਿ ਕਾਫੀ I am actually good in running. Again, I'm not singing my own praise, but ਜਦੋਂ running ਦੀ ਵਾਰੀ ਆਉਂਦੀ ਹੈ ਨਾ, there's so many people that leave behind. So ਕੁੜੀਆਂ ਵੀ ਆਰਮੀ ਦੇ ਵਿੱਚ ਕਾਫੀ ਸਟਰੋਂਗ ਹੈਗੀਆਂ ਆ। ਕੁੜੀਆਂ ਭਾਰ ਚੱਕਣ 'ਚ ਵੀ ਕਾਫੀ ਸਟਰੋਂਗ ਮੁੰਡਿਆਂ ਨਾਲੋਂ। ਸਟਰੋਂਗ ਤੇ ਗੱਲ ਬਾਤ ਚੱਲਦੀ, ਪਹਿਲੇ ਤੇ ਤੁਸੀਂ ਸਟਰੋਂਗ ਹੋ ਕੇ ਤੁਸੀਂ ਜੁਆਇਨ ਕੀਤੀ ਆਰਮੀ। ਹਾਂਜੀ, ਇਹ ਬੜੀ ਵੱਡੀ ਗੱਲ ਹੈ, ਬੜਾ ਜ਼ਿਕਰ ਦੀ ਗੱਲ ਹੈਗੀ ਆ ਕਿ ਆਪਣਾ ਜਿਗਰਾ ਰੱਖਣਾ ਪੈਂਦਾ ਹੈ, ਨਾ ਕਿ ਇਕੱਲਾ ਤੁਹਾਡਾ ਫੈਮਿਲੀ ਦਾ ਪ੍ਰੈਸ਼ਰ ਹੁੰਦਾ, ਹੋਰ ਚੀਜ਼ਾਂ ਹੁੰਦੀਆਂ ਨੇ। ਲੇਕਿਨ ਅਸੀਂ ਵੈਸਟਰਨ ਕੰਟਰੀ 'ਚ ਰਹਿੰਦੇ ਹਾਂ। ਓਨੈਸਟਲੀ ਮੈਂ ਹਮੇਸ਼ਾ ਚਾਹੁੰਦਾ ਮੈਂ ਇੱਦਾਂ ਦੇ ਸ਼ੋਅ ਲੈ ਕੇ ਆ। ਅਗਰ ਤੁਹਾਡੇ ਯੰਗ ਬੱਚੇ ਨਹੀਂ ਦੇਖਦੇ, ਇਹ ਤੁਸੀਂ ਉਹਨਾਂ ਨੂੰ ਦੱਸੋ ਕਿ ਸ਼ਾਮ ਨੂੰ ਸ਼ੋਅ ਦੇਖਿਆ ਕਰੋ। ਮੇਰਾ ਆਈਡੀਆ ਕਿ ਬੱਚਿਆਂ ਨੂੰ ਤੁਸੀਂ ਇਨਕਰੇਜ ਕਰੋ ਕਿ ਅਸੀਂ ਇਹ ਫੀਲਡ ਦੇ ਵਿੱਚ ਅੱਗੇ ਆਈਏ। ਬਹੁਤ ਪਿੱਛੇ ਹੈ, ਵੀ ਆਰ ਫਾਰ ਬਿਹਾਈਂਡ ਦੈਨ ਕੈਨੇਡਾ ਟੂ ਬੀ ਓਨੈਸਟ। ਓਪਰਚੁਨਿਟੀ ਇੱਥੇ ਵੀ ਹੈਗੀ ਹੈ, ਪਰ ਤੁਸੀਂ ਲੈਂਦੇ ਨਹੀਂ ਲੈਂਦੇ, ਉਹ ਤਾਂ ਤੁਹਾਡਾ ਮਕਸਦ ਹੈਗਾ ਨਾ। ਸਹੀ ਗੱਲ। ਇੱਕ ਗੱਲ ਹੋਰ ਮੈਂ ਦੱਸਦਾ ਦੇਵਾਂ, ਦੇਖੋ ਇਹਨਾਂ ਨੂੰ ਮੈਂ ਪੁੱਛਾਂਗਾ ਕਿ ਤੁਸੀਂ ਕਿੱਦਾਂ ਫੀਲ ਕਰਦੇ ਆਮ ਵਿੱਚ। ਉਹ ਮੈਨੂੰ ਪੁੱਛਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ, ਸਮਾਈਲ ਕਰਦੇ। ਸਪੈਸ਼ਲੀ ਤੁਸੀਂ ਤਾਂ ਬਹੁਤ ਖੁਸ਼ ਹੈਗੇ, ਯੂ ਰੀਅਲੀ ਲਵ ਇਟ। That's the thing with me. I'm always smiling because life is too short. You know, you got to smile. You need to achieve the mission that you want to. I have set my goals up, and I know I need to look forward and look straight, and then just go my path. So yeah. ਤੁਸੀਂ ਨਾ, ਮੈਂ ਤੁਹਾਨੂੰ ਪੁੱਛਦਾ ਹਾਂ, ਸੈਕੰਡ ਲੈਫਟੀਨੈਂਟ ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋ। ਕੁਝ ਫਰਸਟ ਵੀ ਹੁੰਦਾ, ਫਰਸਟ ਐਂਡ ਸੈਕੰਡ ਲੈਫਟੀਨੈਂਟ ਕੀ ਹੁੰਦਾ ਇਹਦੇ ਵਿੱਚ? ਨਹੀਂ ਜੀ, ਕਮਿਸ਼ਨ ਰੈਂਕਸ ਜਿਹੜੇ ਉਹ ਸਟਾਰਟ ਸੈਕੰਡ ਲੈਫਟੀਨੈਂਟ ਹੁੰਦੇ ਨੇ, ਹਾਂ, ਤੇ ਉਸ ਤੋਂ ਬਾਅਦ ਫਿਰ ਲੈਫਟੀਨੈਂਟ ਤੇ ਕੈਪਟਨ, ਐਂਡ ਦੈਨ ਮੇਜਰ, ਲੈਫਟੀਨੈਂਟ ਕਰਨਲ, ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ, ਤੇ ਫਿਰ ਜਨਰਲ ਰੈਂਕ ਤੱਕ ਜਾਂਦੇ ਨੇ। ਤੇ ਇਹ ਤੁਸੀਂ ਜਿਹੜਾ ਕਰਦੇ ਪਏ ਹੋ ਪਲਾਟੂਨ ਕਮਾਂਡਰ ਲੰਡਨ ਰੈਜ, ਇਹ ਕੋਈ ਡਿਫਰੈਂਟ ਹੈ ਉਹਦੇ ਨਾਲੋਂ? ਨਹੀਂ, ਜਿਹੜੇ ਪਲਾਟੂਨ ਕਮਾਂਡਰ ਉਹ ਮੇਰੀ ਅਪਾਇੰਟਮੈਂਟ ਹੈ, ਉਹ ਮੇਰਾ ਰੋਲ ਹੈਗਾ। ਰੈਂਕ ਤੇ ਅਪਾਇੰਟਮੈਂਟ ਦੋ ਵੱਖਰੀਆਂ ਚੀਜ਼ਾਂ ਨੇ। ਅੱਛਾ, ਰੈਂਕ ਤੇ ਅਪਾਇੰਟਮੈਂਟ ਫਰਕ ਹੈ। ਮੈਂ ਤਾਂ ਹੀ ਮੈਂ ਤੁਹਾਨੂੰ ਇੰਟਰੋਡਿਊਸ ਕੀਤਾ ਸੀਗਾ, ਲੋਕਾਂ ਨੂੰ ਮੈਨੂੰ ਵੀ ਨਹੀਂ ਪਤਾ ਤੇ ਲੋਕਾਂ ਨੂੰ ਕਿੱਦਾਂ ਪਤਾ ਹੋਏਗਾ। ਤੇ ਓਕੇ ਫਾਈਨ। ਹਾਂਜੀ, ਉਹੀ ਜਿੱਦਾਂ ਹੁਣ ਆਪਾਂ ਜਿੱਦਾਂ ਹੁਣ ਮੇਰਾ ਨਾਮ ਲੈਟਸ ਸੇ ਐਜ਼ ਅ ਕੀ ਐਗਜ਼ਾਮਪਲ ਦਾ ਨਾਮ ਮੇਰਾ ਕਮਲਦੀਪ ਸਿੰਘ ਹੈਗਾ ਨਾ। ਹੁਣ ਮੈਂ ਵੱਖ-ਵੱਖ ਅਪਾਇੰਟਮੈਂਟਸ ਕਰਦਾ, ਸਿਕਿਉਰਿਟੀ ਮੈਨੇਜਰ ਦਾ ਵੀ ਕੰਮ ਕਰਦਾ, ਸਟੂਡੈਂਟ ਦਾ ਵੀ ਕੰਮ ਕਰਦਾ। ਸੋ ਉਸੇ ਤਰ੍ਹਾਂ ਰੈਂਕ ਜਿਹੜਾ ਹੈਗਾ ਮੇਰਾ, ਉਹ ਸੈਕੰਡ ਲੈਫਟੀਨੈਂਟ। I can do different roles. I can do ਉੱਥੇ ਡਿਫਰੈਂਟ ਫਿਰ ਤੁਹਾਨੂੰ ਦਿੱਤਾ ਜਾਂਦਾ। ਉਹ ਮੈਂ ਸਮਝ ਗਿਆ। ਜਿੱਦਾਂ once I become captain, I can be the adjutant of my unit. I can be the company commander in the unit. Company 2IC ਦਾ ਰੋਲ ਕਰ ਸਕਦਾ ਮੈਂ। ਸੋ ਉਸ ਬ੍ਰੈਕਟ, ਸਰਵਿਸ ਬ੍ਰੈਕਟ ਵਿੱਚ ਕਈ ਰੋਲਸ ਨੇ ਜਿਹੜੇ ਉਸੇ ਰੈਂਕ ਦੇ ਵਿੱਚ ਅਸੀਂ ਕਰ ਸਕਦੇ ਹਾਂ। ਇੱਕ ਨਾ ਮੈਂ ਹਮੇਸ਼ਾ ਪੁੱਛਦਾ, ਜਦੋਂ ਵੀ ਮੇਰੇ ਕਾਲ ਚੱਲਣੇ ਤੇ ਮੇਰੇ ਸ਼ੋਅ ਤੇ ਮੈਂ ਹਮੇਸ਼ਾ ਨਾ ਹਰ ਬੰਦਿਆਂ ਨੂੰ ਫੋਰਸਿਸ ਤੋਂ ਲੈ ਕੇ ਨਾ, ਨੇਵੀ ਦਾ ਹੋਵੇ, ਏਅਰ ਫੋਰਸ ਦਾ ਹੋਵੇ, ਆਰਮੀ ਦਾ ਹੋਵੇ, ਕਿਸੇ ਵੀ ਤਰ੍ਹਾਂ ਦੇ ਹੋਣ, ਯੂ ਨੋ ਇੱਕ ਚੀਜ਼ ਬੜੀ ਹੁੰਦੀ ਹੈ ਜਦੋਂ ਤੁਸੀਂ ਨਾ, ਮੇਰੀ ਫੀਲਿੰਗ ਹੈ, ਮੈਂ ਤੁਹਾਨੂੰ ਪੁੱਛਦਾ, ਅਗਰ ਤੁਸੀਂ ਨੋਰਮਲ ਕੈਜੂਅਲ ਕੱਪੜੇ 'ਚ ਨਾ ਬੰਦਾ ਰਿਲੈਕਸ ਹੁੰਦਾ ਹੈ, ਹਾਂਜੀ, ਬੋਡੀ ਢਿੱਲੀ ਜਿਹੀ ਬੈਠ ਜਾਂਦੀ ਹੈ। ਜਦੋਂ ਤੁਸੀਂ ਯੂਨੀਫਾਰਮ ਪਾਉਂਦੇ ਹੋ ਨਾ, ਤੁਹਾਡੀ ਬੋਡੀ ਆਕੜ ਜਾਂਦੀ ਹੈ ਇੱਕਦਮ। ਉਹ ਜਿਹੜੀ ਪਰਸਨੈਲਿਟੀ ਨਾ ਕੱਢਦੀ ਹੈ ਯੂਨੀਫਾਰਮ। ਇਜ਼ ਦੈਟ ਰਾਈਟ? ਯੈਸ, ਡੈਫੀਨਿਟਲੀ। ਜਦੋਂ ਤੁਸੀਂ ਯੂਨੀਫਾਰਮ 'ਚ ਹੁੰਦੇ ਆ, ਯੂ ਨੀਡ, ਬਿਕਾਜ਼ ਯੂ ਫੀਲ ਪ੍ਰਾਊਡ। ਤੁਹਾਨੂੰ ਲਿਫਟ ਕਰ ਦਿੰਦੀ ਹੈ ਨਾ? ਯੈਸ, ਯੂ ਫੀਲ ਪ੍ਰਾਊਡ, ਲਾਈਕ because everybody watching us, and then you got to be professional, and then you need to be active. So ਜਦੋਂ ਆਪਾਂ ਸਿਵਿਲੀਅਨ ਅਟਾਇਰ 'ਚ ਹੁੰਦੇ ਆ, ਸਿਵਿਲੀਅਨ ਕੱਪੜੇ 'ਚ ਹੁੰਦੇ ਆ, ਕਿਸੇ ਨੂੰ ਨਾ ਆਪਣੇ ਬਾਰੇ ਨਹੀਂ ਪਤਾ ਹੁੰਦਾ, ਕਹਿ ਦਿੰਦੇ ਹਾਂਜੀ ਜੀ ਇੰਜੋਏ ਕਰਦੇ ਆ, ਕੁਛ ਨਹੀਂ ਹੁੰਦਾ। ਪਰ ਜਦੋਂ ਤੁਸੀਂ ਯੂਨੀਫਾਰਮ 'ਚ ਹੁੰਦੇ ਆ, ਯੂਨੀਫਾਰਮ ਇਜ਼ ਸਮਥਿੰਗ ਦੈਟ ਇਟ ਬ੍ਰਿੰਗਸ ਯੂ ਅਪ। ਸੇ ਤੁਸੀਂ ਜੇ ਪੁਲਿਸ ਦੀ ਯੂਨੀਫਾਰਮ 'ਚ ਲੈ ਲਓ, ਹੁਣ ਤੁਸੀਂ ਬਾਹਰ ਹਾਈ ਸਟਰੀਟ 'ਤੇ ਜਾਂ ਕਿਤੇ ਜਾ ਰਹੇ ਹੋ ਤਾਂ ਪੁਲਿਸ ਯੂਨੀਫਾਰਮ 'ਚ ਕੋਈ ਪੁਲਿਸਮੈਨ ਆ ਰਿਹਾ, and straight away ਤੁਸੀਂ ਦੇਖ ਸਕਦੇ ਹੋ, yeah, he's a key worker, he's working hard for his community or whatever. Same with the uniform, the army uniform as well. ਜੇ ਅਸੀਂ ਟਾਊਨ 'ਚ ਵੀ ਹੁੰਦੇ ਆ, we have to act professional. ਬਿਕੋਜ਼ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਪਹਿਲਾਂ ਤੇ ਤੁਸੀਂ ਆਰਮੀ ਨੂੰ ਕਰਦੇ ਹੋ, ਇੱਕ ਤੇ ਆਰਮੀ ਨੂੰ ਕਰਦੇ ਹੋ, ਇੱਕ ਕੰਟਰੀ ਨੂੰ ਕਰਦੇ ਹੋ, ਇੱਕ ਫਿਰ ਤੁਸੀਂ ਕਮਿਊਨਿਟੀ ਨੂੰ ਕਰਦੇ ਹੋ। ਹਾਂਜੀ, ਹਰ ਤਰ੍ਹਾਂ ਦਾ। ਔਰ ਦੇਖੋ ਇੱਕ ਗੱਲ ਹੋਰ ਹੈਗੀ ਆ, ਯੂਨੀਫਾਰਮ ਨਾ ਵੀ ਪਾਈ ਹੋਵੇ, ਸਾਡੀ ਯੂਨੀਫਾਰਮ ਸਾਡੀ ਦਸਤਾਰ ਹੈਗੀ ਹੈ, ਉਹਦੇ ਨਾਲ ਤੁਸੀਂ ਕੋਈ ਗਲਤ ਕਰੋਗੇ ਕੰਮ, ਕਦੀ ਤੁਹਾਡਾ ਨਾਮ ਨਹੀਂ ਖਰਾਬ ਹੋਏਗਾ, ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਹੈ। ਹਾਂਜੀ, ਸਹੀ ਗੱਲ ਹੈ। ਦਿਸ ਇਜ਼ ਦ ਮੇਨ ਪਰਪਸ ਆਫ ਹੈਵਿੰਗ ਅ ਯੂਨੀਫਾਰਮ, ਸੋ ਦੈਟ ਯੂ ਸਟੈਂਡ ਆਊਟ। ਵਾਂਸ ਯੂ ਸਟੈਂਡ ਆਊਟ, ਤੁਸੀਂ ਗਲਤ ਕੰਮ ਕਰ ਨਹੀਂ ਸਕਦੇ।
ਹਨਾ। ਤੇ ਨਾਲੇ ਯੂਨੀਫਾਰਮ ਇਜ਼ ਅ ਰਿਫਲੈਕਸ਼ਨ ਆਫ ਯਰ ਹਾਰਡ ਵਰਕ, ਜਿੰਨੀ ਤੁਸੀਂ ਜਿਹੜੀ ਮਿਹਨਤ ਕੀਤੀ ਹੈ ਹਨਾ, ਦਿਸ ਇਜ਼ ਸਮਥਿੰਗ ਯੂ ਹੈਵ ਅਰਨਡ ਮਿਹਨਤ ਕਰਕੇ। ਤੇ ਆਪਣਾ ਐਜ਼ ਅ ਨਾਲੇ ਆਰਮੀ ਦਾ ਅਨਦਰ ਗੁੱਡ ਐਸਪੈਕਟ ਇਜ਼ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਆ ਇਟ ਇਜ਼ ਐਪਰੀਸ਼ੀਏਟਡ, ਇਜ਼ ਰਿਕਗਨਾਈਜ਼ਡ and it's visible on your uniform in terms of promotions, in terms of ranks, in terms of whatever badges you earn throughout. ਮੈਨੂੰ ਇਹਨਾਂ ਦਾ ਐਕਸਪਲੇਨ ਕਰੋਗੇ ਤੁਹਾਡੇ ਕਹਿੰਦੇ ਬਲੂ ਵਾਲਾ ਤੇ ਉੱਤੇ ਕੀ ਫਰਕ ਹੈ ਇਹਨਾਂ ਦਾ? ਹਾਂਜੀ, so I've served with the parachute regiment, Indian parachute regiment, so in the uniform you can wear foreign service wings. ਮੇਰੇ ਕੋਲ ਪੁਰਾਣੇ ਅੱਛਾ, ਉਹ ਵੀ ਪਾ ਸਕਦੇ ਹੋ? ਹਾਂਜੀ, ਤੇ ਪਰਮਿਸ਼ਨ ਲੈਣੀ ਪੈਂਦੀ ਹੈ if you are allowed by the unit. and ਮੇਰੇ ਕੋਲ ਇੰਡੀਅਨ ਵਿੰਗਸ ਵੀ ਹੈਗੇ ਨੇ ਤੇ US ਵਿੰਗਸ ਵੀ ਹੈਗੇ, ਬਿਕੋਜ਼ ਮੈਂ US ਤੇ ਇੰਡੀਅਨ ਬੋਥ 에ਅਰਕ੍ਰਾਫਟਸ ਤੇ ਪੈਰਾਸ਼ੂਟ ਨਾਲ ਜੰਪ ਕੀਤਾ ਹੋਇਆ। ਸੋ ਵਨਸ ਯੂ ਕੁਆਲੀਫਾਈ ਫਰੋਮ ਦੇਅਰ ਟ੍ਰੇਨਿੰਗ, ਸੋ ਯੂ ਆਰ ਪ੍ਰੈਜ਼ੈਂਟਡ ਦੋਜ਼ ਵਿੰਗਸ। ਸੋ ਬਸ ਉਹੀ ਹੈਗਾ। ਮੈਨੂੰ ਨਾ ਤੁਹਾਡੇ ਵਾਂਗੂ ਇੰਨਾ ਪੈਸ਼ਨ ਸੀਗਾ ਨਾ ਯੂਨੀਫਾਰਮ ਦਾ, ਸਪੈਸ਼ਲੀ ਵਿਦ ਦ ਫੋਰਸਿਸ ਦੇ ਨਾਲ। ਤੇ ਕਿਉਂਕਿ ਮੈਂ ਦੱਸਿਆ ਸੀ ਮਾਂ ਪਿਓ ਕਰਕੇ ਨਹੀਂ ਕਰ ਪਾਇਆ, ਇਨ ਦੇ ਐਂਡ ਐਂਡ ਅਪ ਵਿਦ ਵਰਕਿੰਗ ਫॉर ਐਨ 에ਅਰਲਾਈਨ, ਤੇ ਉਹਦੀ ਵੀ ਕੁਝ ਆਪਣੀ ਪ੍ਰਾਈਡ ਹੁੰਦੀ ਹੈ ਕਿ ਤੁਸੀਂ 에ਅਰਲਾਈਨ ਨੂੰ ਰਿਪਰੈਜ਼ੈਂਟ ਕਰਦੇ ਹੋ। ਯੂਨੀਫਾਰਮ ਹੁੰਦੀ ਹੈ, ਉੱਥੇ ਵੀ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਉੱਥੇ ਤੁਹਾਨੂੰ ਆਪਣੀ ਪਰਸਨੈਲਿਟੀ ਦਿਖਾਉਣੀ ਪੈਂਦੀ ਹੈ, ਬਿਹੇਵ ਕਰਨਾ ਪੈਂਦਾ, ਕਿਉਂਕਿ ਤੁਸੀਂ ਕੈਰੀ ਕਰਦੇ ਹੋ ਨਾ ਰਿਸਪੌਂਸਿਬਿਲਿਟੀ। ਬਹੁਤ ਭਾਜੀ ਹੁਣ ਜਿਹੜਾ ਇੱਕ ਮੈਂ ਪੁੱਟ ਡਾਊਨ ਨਹੀਂ ਕਰਦਾ, ਮੈਨੂੰ ਬੁਰਾ ਨਾ ਮੰਨਿਓ, ਕਿਉਂਕਿ ਮੈਨੂੰ ਇੰਡੀਆ ਬਾਰੇ ਆਰਮੀ ਦਾ ਬਹੁਤਾ ਨਹੀਂ ਪਤਾ। ਲਰਨ ਕਰਾਂਗੇ ਥਰੂ ਦਾ ਸ਼ੋਅ ਦੇ ਵਿੱਚੋਂ। ਗੋਰੇ ਮੈਨੇਜਮੈਂਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੰਨੇ ਹੋਏ ਨੇ, ਐਡਮਿਨਿਸਟ੍ਰੇਸ਼ਨ ਦੇ ਵਿੱਚ ਜ਼ਬਰਦਸਤ, ਕਿਉਂਕਿ ਇਸ ਕਰਕੇ ਦੁਨੀਆ 'ਚ ਰਾਜ ਕੀਤਾ। ਡੂ ਯੂ ਫਾਈਂਡ ਕਿ ਆਰਮੀ ਦੀ ਡਿਸਿਪਲਿਨ UK ਦੇ ਵਿੱਚ ਤੇ ਇੰਡੀਆ 'ਚ ਫਰਕ ਹੈਗਾ, ਕੁਝ ਥੋੜ੍ਹੀ ਜਿਹੀ ਉੱਥੇ ਲੈਕ ਹੁੰਦਾ? ਨਹੀਂ ਜੀ, ਆਈ ਵੁੱਡ ਸੇ ਆਰਮੀ ਐਜ਼ ਐਨ ਆਰਗੇਨਾਈਜੇਸ਼ਨ ਇਜ਼ ਵੈਰੀ ਕੰਜ਼ਰਵੇਟਿਵ ਐਂਡ ਟ੍ਰੈਡੀਸ਼ਨਲ। ਤੇ ਜਿਹੜਾ ਟੈਂਪਲੇਟ ਹੈ ਉਹ ਤਾਂ ਹਰ ਜਗ੍ਹਾ ਆਲਮੋਸਟ ਬਰਾਬਰ ਹੀ ਹੈ। ਫਰਕ ਹੁੰਦਾ ਹੈਗਾ ਥੋੜ੍ਹਾ ਕਲਚਰ ਦੇ ਵਿੱਚ, ਬੈਟਲ ਵਿਨਿੰਗ ਫੈਕਟਰਸ ਦੇ ਵਿੱਚ, ਵੈਲਿਊਜ਼ ਦੇ ਵਿੱਚ, ਸਟੈਂਡਰਡਸ ਦੇ ਵਿੱਚ, ਹੈ ਨਾ। ਹੁਣ ਇੰਡੀਅਨ ਆਰਮੀ ਦੀ ਫਾਈਟਿੰਗ ਜਿਹੜੀ ਫੋਰਸ ਹੈਗੀ ਆ, ਉਹਨਾਂ ਦੇ ਬੈਟਲ ਵਿਨਿੰਗ ਫੈਕਟਰਸ ਥੋੜ੍ਹੇ ਅਲੱਗ ਨੇ। ਜਿਹੜੀ ਜੰਗਾਂ ਅਸੀਂ ਜਿੱਤਦੇ ਰਹੇ ਹਾਂ ਉਹਨਾਂ ਦੇ ਬੇਸ ਤੇ ਦੋਜ਼ ਵੈਲਿਊਜ਼ ਹੈਵ ਇਵੋਲਵਡ ਤੇ ਵੀ ਆਰ ਸਟਿਕਿੰਗ ਟੂ ਦੋਜ਼ ਵੈਲਿਊਜ਼। ਇੱਥੇ UK ਆਰਮੀ ਦੇ ਵਿੱਚ ਦ ਕਾਈਂਡ ਆਫ ਬੈਟਲਸ ਦੇ ਹੈਵ ਫੌਟ, ਦੇ ਹੈਵ ਲਰਨਡ ਲੈਸਨਸ ਫਰੋਮ ਦੋਜ਼ ਐਂਡ ਦੇ ਹੈਵ ਇਵੋਲਵਡ ਦੇਅਰ ਵੈਲਿਊਜ਼ ਐਂਡ ਈਥੋਸ ਐਂਡ ਕਲਚਰ ਅਕੋਰਡਿੰਗ ਟੂ ਦੈਟ। ਸੋ ਇੰਨਾ ਹੀ ਫਰਕ ਹੈ। ਸਾਡੇ ਆਪਣੇ ਜਿਹੜੀ ਹਾਇਰਾਰਕੀ ਥੋੜ੍ਹੀ ਸਟਰੋਂਗ ਹੈਗੀ ਹੈ। ਇੱਥੇ ਥੋੜ੍ਹੀ ਹਾਇਰਾਰਕੀ ਫਾਰਮਲ ਤੇ ਇਨਫਾਰਮਲ ਦੇ ਵਿੱਚ ਬਿਲਕੁਲ ਡਿਸਟਿੰਕਟ ਕਲੀਅਰ ਲਾਈਨ ਹੈਗੀ ਹੈ ਕਿ ਤੁਸੀਂ ਜਦੋਂ ਔਨ ਪਰੇਡ ਹੁੰਦੇ ਆ ਜਾਂ ਆਫ ਪਰੇਡ ਹੁੰਦੇ ਆ, ਤਾਂ ਉਦੋਂ ਬੜਾ ਫਰਕ ਹੈਗਾ। ਜਦ ਕਿ ਇੰਡੀਆ 'ਚ ਆ ਨਹੀਂ ਹੈਗਾ। ਜਦੋਂ ਤੁਸੀਂ ਇਟ ਡਜ਼ਨਟ ਮੈਟਰ ਵੈਦਰ ਯੂ ਆਰ ਔਨ ਪਰੇਡ ਔਰ ਆਫ ਪਰੇਡ, ਉਹ ਤੁਹਾਨੂੰ ਹਾਇਰਾਰਕੀ ਮੇਨਟੇਨ ਕਰਨੀ ਪੈਂਦੀ ਹੈ। ਸੋ ਯੂ ਹੈਵ ਟੂ ਬੀ ਫਾਰਮਲ ਐਟ ਆਲ ਟਾਈਮਸ, ਯੂ ਕੈਨੋਟ ਸੌਰਟ ਆਫ ਲੈਟ ਡਾਊਨ ਯੋਰ ਗਾਰਡ। ਤੁਸੀਂ ਇਫ ਯੂ ਡਿਡਨਟ ਜੁਆਇਨ ਦ ਆਰਮੀ, ਵਾਟ ਵੁੱਡ ਯੂ ਬੀ ਡੂਇੰਗ ਨਾਓ? ਤੁਹਾਡਾ ਸੈਕਿੰਡ ਆਪਸ਼ਨ ਕੀ ਸੀਗੀ? Beautician. Really? Yeah, because I was when I moved to UK in 2007, ਮੈਂ beautician ਦੀ job ਕਰਦੀ ਸੀ ਹੈਸ 'ਚ, and ਉਸ ਤੋਂ ਬਾਅਦ obviously army ਦਾ ਹੋ ਗਿਆ। ਜੇ army ਦਾ ਨਾ ਹੁੰਦਾ ਤਾਂ definitely I was gonna go for the higher beautician sort of side. ਤੁਹਾਡਾ? ਮੈਂ ਜੀ ਮੇਰਾ ਇੰਜੀਨੀਅਰਿੰਗ ਕਾਲਜ ਸਿਲੈਕਸ਼ਨ ਹੋ ਗਿਆ ਸੀਗਾ। I was selected for ਪ੍ਰੋਡਕਸ਼ਨ ਇੰਜੀਨੀਅਰਿੰਗ, ਤੇ ਉਹ ਸੀਟ ਮਿਲ ਰਹੀ ਸੀਗੀ। ਤੇ ਆਈ ਰਿਮੈਂਬਰ ਉਹ ਇੰਟਰਵਿਊ ਦੇ ਵੇਲੇ ਅੰਦਰੋਂ ਮਨ 'ਚੋਂ ਕੁਛ ਆਇਆ ਕਿ ਮੈਂ ਇੰਜੀਨੀਅਰਿੰਗ ਨਹੀਂ ਕਰਨੀ, ਕਿਉਂਕਿ ਉਹ ਥੋੜ੍ਹੀ ਮਹਿੰਗੀ ਵੀ ਸੀਗੀ ਉਸ ਜ਼ਮਾਨੇ 'ਚ ਇੰਜੀਨੀਅਰਿੰਗ ਕਰਨੀ। ਤੇ ਬਸ ਮੈਨੂੰ ਪਤਾ ਸੀ ਕਿ ਮੇਰਾ ਹੁਣ ਸੈਕਿੰਡ ਅਟੈਂਪਟ 'ਚ ਤਾਂ ਮੈਂ ਕਲੀਅਰ ਕਰ ਹੀ ਜਾਣਾ ਫੌਜ ਦਾ। ਉਹ ਬਸ ਕੌਨਫੀਡੈਂਸ 'ਚ ਸੀਗਾ, ਪਤਾ ਨਹੀਂ ਉਹ ਅੰਦਰੋਂ ਉਹ ਆਈ ਐਮ ਅ ਫਰਮ ਬਿਲੀਵਰ ਵਿਚ ਇਜ਼ ਅ ਪਰਸਨਲ ਥਿੰਗ, ਆਈ ਡੋਂਟ ਪ੍ਰੋਪੋਗੇਟ ਦੈਟ, ਕਿ ਜਿਹੜਾ ਹੁਕਮ ਹੁੰਦਾ ਨਾ ਉਹ ਅੰਦਰੋਂ ਆਵਾਜ਼ ਆਉਂਦੀ ਹੈ। ਹਾਂਜੀ, ਉਹ ਰਜ਼ਾ ਦੀ ਜਿਹੜਾ ਹੁਕਮ ਹੈ ਉਹ ਹੋ ਕੇ ਹੁੰਦਾ ਹੈ। ਸੋ ਉਦੋਂ ਬਸ ਮੈਨੂੰ ਸਭ ਕੁਝ ਠੀਕ ਸੀਗਾ, ਸੀਟ ਮਿਲ ਜਾਣੀ ਸੀਗੀ, ਐਡਮਿਸ਼ਨ ਹੋ ਜਾਣਾ ਸੀਗਾ। ਮੈਂ ਚੀਜ਼ ਦਾ ਤੁਸੀਂ ਬੜਾ, ਮੈਂ ਓਨੈਸਟਲੀ ਕਹਿਣਾ, ਬਿਕਾਜ਼ ਕਈ ਦਫਾ ਤੁਸੀਂ ਸ਼ੋਅ ਦੇਖਦੇ ਬੈਠ ਕੇ ਨਾ, ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦਾ ਨਾ, ਬੰਦੇ ਦੇ ਦਿਲ ਨੂੰ ਛੂਹ ਜਾਂਦੀ ਹੋ। ਐਂਡ ਕੋਈ ਘਰ ਬੈਠਾ ਦੇਖਦਾ ਅਗਰ ਤੁਹਾਡੇ ਦਿਲ ਨੂੰ ਛੂਹ ਗਈ ਨਾ, ਦੈਟ ਕੈਨ ਚੇਂਜ ਯੋਰ ਲਾਈਫ। ਪਲੀਜ਼ ਤੁਸੀਂ ਸੁਣੋ ਗੱਲਾਂ ਬਾਤਾਂ। ਦੇਰ ਇਜ਼ ਅ ਲਾਈਫ ਆਰਮ ਫੋਰਸਿਸ ਦੇ ਵਿੱਚ। ਕਿਸੇ ਵੀ ਤੁਸੀਂ ਫੋਰਸ ਵਿੱਚ ਜਾਓ, ਤੁਸੀਂ ਜਦੋਂ ਹੁਣ ਕਿਤੇ ਜਾਂਦੇ ਹੋ ਟਾਊਨ ਵਗੈਰਾ, ਕਿਸੇ ਜਗ੍ਹਾ ਤੇ ਜਾਂਦੇ ਯੂਨੀਫਾਰਮ ਪਾਈ, ਯੂ ਆਲਵੇਜ਼ ਤੁਹਾਡੇ ਦਿਮਾਗ 'ਚ ਹੁੰਦਾ ਪੀਪਲ ਆਰ ਵਾਚਿੰਗ ਮੀ। Yes. ਇਸ ਤੁਹਾਨੂੰ ਕੋਈ ਇੱਦਾਂ ਨਹੀਂ ਹੋ ਸਕਦਾ ਕਿ ਬੰਦਾ ਹੈਡ ਟਰਨ ਨਹੀਂ ਕਰੇਗਾ। No, ਜਦੋਂ ਤੁਸੀਂ ਯੂਨੀਫਾਰਮ ਪਾਈ ਹੁੰਦੀ ਆ, ਟਾਊਨ 'ਚ ਜਾਂਦੇ ਜਾਂ ਕਿਤੇ ਵੀ ਜਾਂਦੇ ਆ, ਸਪੈਸ਼ਲੀ ਕਿਉਂਕਿ ਆਰਮੀ ਦੇ ਵਿੱਚ ਵੈਲਿਊਜ਼ ਐਂਡ ਸਟੈਂਡਰਡਸ ਹੈਗੇ ਆ, ਰਿਸਪੈਕਟ ਫॉर ਅਦਰਸ, discipline. You got to be disciplined. Exactly. If you're in the uniform, you got to discipline. You got to play really well. Because ਕਈ ਲੋਕੀ ਬਥੇਰੇ ਹੁੰਦੇ ਆ, ਤੁਹਾਨੂੰ ਕਹਿ ਦਿੰਦੇ ਆ, or look at him or look at her. You can't answer them back, but you got to answer them back nicely, because ਜੇ ਤੁਸੀਂ ਉਹਨਾਂ ਨੂੰ ਕੁਝ ਕਹਿ ਦਿੰਦੇ ਆ, ਕਿੰਨਾ ਹਾਰਸ਼ ਵੇ ਕਹਿ ਦਿੰਦੇ ਆ, ਇੱਥੇ ਤੁਸੀਂ ਨਹੀਂ ਬਦਨਾਮ ਹੁੰਦੇ, ਇੱਥੇ ਦ ਆਰਮੀ ਆਰਗੇਨਾਈਜੇਸ਼ਨ ਕਿ ਉਹ ਕੁੜੀ ਨੇ ਆ ਗੱਲ ਗਈ ਸੀਗੀ। ਸੋ ਫਿਰ ਸਾਰਿਆਂ ਨੂੰ ਤੁਹਾਡੀ ਚੇਨ ਆਫ ਕਮਾਂਡ ਨੂੰ ਪਤਾ ਚੱਲ ਜਾਂਦੀ ਆ, ਐਂਡ ਦੈਨ ਯੂ نو ਯੂ ਬਿਕਮ ਲਾਈਕ
I'm not saying troublemaker, but ਉਹਨਾਂ ਦੀ ਅੱਖਾਂ 'ਚ ਆ ਜਾਂਦਾ ਕਿ ਹਾਂ ਇਹ ਕੁੜੀ ਨੇ ਆ ਗੱਲ ਕਹੀ ਸੀ, ਆ ਮੁੰਡੇ ਨੇ ਆ ਗੱਲ ਕਹੀ ਸੀ। ਸੋ ਆਰਮੀ ਦੇ ਵਿੱਚ ਵੈਲਿਊਜ਼ ਐਂਡ ਸਟੈਂਡਰਡ ਹੈਗੇ ਆ ਜਿਹੜੇ ਸਾਨੂੰ ਵੀ ਹੈਵ ਟੂ ਅਵਾਈਡ ਬਾਈ them। ਸੋ courage ਹੋ ਗਈ, moral courage ਆ ਕਿ stand for yourself। ਜਿਹੜੀ ਕੋਈ ਰਾਈਟ ਚੀਜ਼ ਆ, you should do right thing at right time, respect for other, respect for ਆਰਮੀ ਦੇ ਵਿੱਚ ਵੱਡੀ ਗੱਲ ਇਹ ਮੰਨੀ ਜਾਂਦੀ respect for other। ਜੇ ਤੁਹਾਡੇ ਕੋਲ respect, ਜੇ ਤੁਸੀਂ ਕਿਸੇ ਨੂੰ respect ਨਹੀਂ ਦੇ ਸਕਦੇ, so you can't expect other to respect you as well। ਮੇਰੇ ਹਿਸਾਬ ਨਾਲ ਨਾ ਦੇਖੋ, ਜਦੋਂ ਇੱਕ ਮੈਂ ਹੁਣ ਜੇ ਮੇਲ ਦੀ ਗੱਲ ਕਰਾਂ ਆਪਣਾ, ਇੱਕ ਮਿੰਟ ਜਰਾ ਬ੍ਰੇਕ ਪਰ ਜਾਣਾ, ਆਪਾਂ ਥੋੜੀ ਬਹੁਤੀ ਗੱਲ ਕਰ ਲੈਂਦੇ ਹਾਂ। ਲੰਮਾ ਉੱਚਾ, ਥੋੜੀ ਹਾਈਟ ਹੈ, ਜ਼ਬਰਦਸਤ ਹੈ, ਗੁੱਡ ਬੋਡੀ ਹੈਗੀ ਆ, ਦ ਹੈਡ ਵਿਲ ਟਰਨ, ਦਸਤਾਰ ਬੰਨੀ ਹੋਈ ਹੈ ਉਸ ਕਰਕੇ ਬਹੁਤ ਲੋਕ ਦੇਖਣਗੇ, ਬਿਕੋਜ਼ ਅਮੰਗ ਦੀ ਹੋਸਟ ਕਮਿਊਨਿਟੀ ਤੁਸੀਂ ਇੱਕ ਬਰਾਊਨ ਰੰਗ ਵਾਲੇ ਹੈਗੇ ਹੋ, ਸਟੈਂਡ ਆਊਟ ਹੁੰਦੇ ਹੋ। ਹਾਂਜੀ। ਐਂਡ ਤੁਸੀਂ ਲੜਕੀ ਹੈਗੇ ਹੋ, ਐਕਸ਼ਨ ਲੜਕੀ, ਉਹ ਦੇਖ ਕੇ ਵੀ ਬੰਦਾ ਸਟੈਂਡਰਡ ਹੁੰਦਾ। ਥੋੜੀ ਆਪੋ ਆਪਣੀ ਇੱਕ ਪਰਸਨੈਲਿਟੀ ਹੈ ਜਿਹੜੀ ਸ਼ਾਈਨ ਕਰਦੀ ਹੈ, ਲੋਕਾਂ ਨੂੰ ਹਿੱਟ ਕਰਦੀ ਹੈ। ਹੁਣ ਅਸੀਂ ਕਾਫੀ ਆਰਮੀ ਦੇ ਵਿੱਚ ਵੀ ਕਈ ਇਵੈਂਟ ਹੁੰਦੇ ਹਨ, ਸਪੈਸ਼ਲੀ ਨਗਰ ਕੀਰਤਨ ਲਾ ਲਓ। ਨਗਰ ਕੀਰਤਨ ਤੇ ਆਪਣੇ ਕਾਫੀ ਮੁੰਡੇ ਹੈਗੇ ਆਰਮੀ ਦੇ ਵਿੱਚ ਜਿਹੜੇ ਨਗਰ ਕੀਰਤਨ ਤੇ ਆਉਂਦੇ ਆ, ਹੈਲਪ ਕਰਦੇ, ਕਮਿਊਨਿਟੀ ਦੀ ਲੰਗਰ ਦੀ ਸੇਵਾ ਕਰਦੇ ਆ, ਸਾਰਾ ਕੁਝ ਮੋਰੇ ਹੋ ਕੇ। ਫਿਰ ਜਦੋਂ ਉਹਨਾਂ ਨੂੰ ਕੋਈ ਕੁੜੀ ਦੀਦੀ ਆ ਕਿ ਉਹਨੇ ਆਰਮੀ ਯੂਨੀਫਾਰਮ ਵਿੱਚ, ਉਹ ਆ ਕੇ ਪੁੱਛਦੇ ਆ ਮੈਨੂੰ। ਆਪ ਓਰੀਜਨਲੀ ਲਾਈਕ ਜਦੋਂ ਮੈਂ ਆਰਮੀ 'ਚ ਪਹਿਲੀ ਵਾਰੀ ਸਾਊਥ ਹਾਲ ਦਾ ਇਵੈਂਟ ਪਹਿਲੀ ਵਾਰੀ ਅਟੈਂਡ ਕੀਤਾ 2010 'ਚ, ਕਾਫੀ ਲੋਕੀ ਆਪਣੇ ਲੇਡੀਜ਼ ਆ ਕੇ ਮੈਨੂੰ ਪੁੱਛਦੀਆਂ ਸੀਗੀਆਂ ਤੁਸੀਂ ਆਰਮੀ 'ਚੋਂ, ਤੁਸੀਂ ਯੂਨੀਫਾਰਮ ਪਾਈ, ਤੁਸੀਂ ਬ੍ਰਿਟਿਸ਼ ਆਰਮੀ 'ਚੋਂ, ਕਿ ਅਗਲੇ ਨੂੰ ਪਤਾ ਨਹੀਂ ਲੱਗਦਾ ਨਾ। ਥੋੜੀ ਮਾਫੀ ਚਾਹੁੰਦਾ, ਅਸੀਂ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਮੁਲਾਕਾਤ ਕਰਦੇ ਹਾਂ। ਪਲੀਜ਼ ਸਟੇ ਟਿਊਨਡ ਇਨ, ਹੁਣੇ ਬ੍ਰੇਕ ਲਾ ਕੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੋ ਆਰਮੀ ਦੇ ਆਫਿਸਰਸ ਕਹਿ ਲਓ ਤੁਸੀਂ, ਲੜਕਾ ਤੇ ਆਪਣੇ ਲੜਕੇ ਬੈਠੇ ਨੇ, ਫੀਲ ਵੈਰੀ ਪ੍ਰਾਊਡ ਕਿ ਆਪਣੀ ਏਸ਼ੀਅਨ ਕਮਿਊਨਿਟੀ ਅੱਧਾ ਦੇ ਬ੍ਰਿਟਿਸ਼ ਫੋਰਸਿਸ ਕੰਮ ਕਰਦੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਪਲੀਜ਼ ਸਟੇ ਟਿਊਨਡ ਇਨ। ਅਗਰ ਆਪਣੇ ਤੁਸੀਂ ਬੱਚਿਆਂ ਨੂੰ ਕੋ ਸ਼ੋ ਦੇਖੋ, ਉਹਨਾਂ ਨੂੰ ਇਨਕਰੇਜ ਕਰੋ। ਤੁਸੀਂ ਕਿਸੇ ਤਰੀਕੇ ਨਾਲ ਵੀ ਜੁਆਇਨ ਕਰਾਉਣਾ ਚਾਹੁੰਦੇ ਫੋਰਸਿਸ ਨੂੰ, ਕਿਸੇ ਵੀ ਤਰ੍ਹਾਂ ਦੀ, ਨੇਵੀ ਹੋਵੇ, ਆਰਮੀ ਹੋਵੇ, ਜਾਂ ਫੋਰਸ ਹੋਵੇ, ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਜੀ। ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਤੁਸੀਂ ਕੀ ਸੋਚਦੇ, ਫਿਊਚਰ ਕੀ ਤੁਹਾਡਾ ਆਰਮੀ ਦੇ ਵਿੱਚ? Well, so far, I mean, journey has been very fruitful, very fulfilling. So now I'm serving without any expectations. ਜੋ ਵੀ ਹੁਣ ਇਹ ਤੋਂ ਬਾਅਦ ਆਰਮੀ ਦੇ ਵਿੱਚ ਕਰਨ ਨੂੰ ਮਿਲਦਾ ਹੈ, it'll be a bonus for me, ਕਿਉਂਕਿ ਜਿਹੜੀ ਮੇਰੀ ਸਰਵਿਸ ਪਿੱਛੇ ਰਹੀ ਹੈ ਉਹਦੇ ਵਿੱਚ I'm very happy and satisfied with that. ਉਹਨੇ ਬੜੇ ਚੈਲੰਜ ਦਿੱਤੇ ਸੀਗੇ ਤੇ ਬੜੇ ਹੀ ਉਸ ਹਿਸਾਬ ਨਾਲ ਉਹਨੂੰ ਪੂਰਾ ਅਕੰਪਲਿਸ਼ ਕਰਨ ਦਾ ਮੌਕਾ ਵੀ ਮਿਲਿਆ। ਤੇ ਹੁਣ ਆਰਮੀ ਦੇ ਵਿੱਚ ਮੈਂ ਜਿੰਨਾ ਵੀ ਕਮਿਊਨਿਟੀ ਲਈ ਆਪਣੇ ਸਾਊਥ ਹਾਲ ਸਪੈਸ਼ਲੀ ਇੱਥੇ ਆਪਣਾ ਜਿਹੜਾ ਟਾਊਨ ਹੈ, ਇੱਥੇ ਦੇ ਕਮਿਊਨਿਟੀ ਲਈ ਰਿਪਰੈਜ਼ੈਂਟਿੰਗ ਮਾਈ ਕੰਪਨੀ ਐਂਡ ਮਾਈ ਰੈਜੀਮੈਂਟ, ਵਟਐਵਰ ਆਈ ਕੈਨ ਡੂ, I think that will add another feather to my cap, and that'll be very, very satisfying in the end if I am able to do that. Ultimately, army ਦਾ ਕੰਮ ਹੀ ਇਹੀ ਹੈਗੀ ਹੈ to serve the community from which it emanates, and we are a reflection of the society from whichever way we look at it. So if we can carry on doing whatever job we are doing, so that'll be really, really satisfying in the end. ਕੋਈ ਫੈਮਿਲੀ ਲਾਈਫ ਇਫੈਕਟ ਹੁੰਦੀ ਹੈ ਇਹਦੇ ਨਾਲ, ਆਰਮੀ ਦੇ ਨਾਲ? Family life, army ਦੇ ਵਿੱਚ obviously when you get married or if you are married, you got kids, army ਤੁਹਾਨੂੰ accommodate ਕਰਦੀ ਆ, ਤੁਹਾਨੂੰ ਘਰ ਦਿੰਦੀ ਆ, ਤੁਹਾਡੀ medical services ਵਗੈਰਾ ਸਭ free ਹੁੰਦੀਆਂ ਆ, and yeah, they really supportive as well, very, very supportive. So any welfare issue, ਤੁਹਾਡੇ every unit ਦੇ ਵਿੱਚ welfare officer ਹੁੰਦਾ ਆ। ਜੇ ਤੁਹਾਨੂੰ ਕੋਈ problem ਹੁੰਦੀ ਹੈ ਘਰ ਦੀ, you can go up to the welfare officer and then they are there to sort your problems. I'm not saying like the 110%, but they are doing their best to help accommodate ਕਰ ਦਿੰਦੇ ਨੇ ਤਰ੍ਹਾਂ definitely, ਹਾਂਜੀ। Yeah, I would like to add here ਕਿ ਆਹ ਫਰਕ ਹੈਗਾ ਰੈਗੂਲਰ ਆਰਮੀ ਤੇ ਰਿਜ਼ਰਵ ਆਰਮੀ ਦੇ ਵਿੱਚ। ਰੈਗੂਲਰ ਆਰਮੀ ਦੇ ਵਿੱਚ ਕਮਿਟਮੈਂਟ ਥੋੜ੍ਹਾ ਜ਼ਿਆਦਾ, ਬਿਕੋਜ਼ ਉਹ ਤੁਹਾਡਾ ਫੁੱਲ ਟਾਈਮ ਜੌਬ ਹੈਗਾ। ਹੁਣ ਆਲ ਦ ਬਿਊਟੀ ਆਫ ਰਿਜ਼ਰਵ ਆਰਮੀ ਇਜ਼ ਕਿ it will give you the same training, it will equip you with the same equipment, give you the same responsibility and roles, but ਉਹ ਤੁਹਾਨੂੰ ਤੁਹਾਡੇ ਸਿਵਲ ਜੌਬ ਤੇ ਤੁਹਾਡੀ ਫੈਮਿਲੀ ਤੋਂ ਵੱਖ ਨਹੀਂ ਕਰੇਗੀ। ਹੁਣ ਆਰਮੀ ਟ੍ਰੇਨਿੰਗ ਦਾ ਜਿਹੜੀ ਟ੍ਰੇਨਿੰਗ ਥੋੜ੍ਹੀ ਵੱਖਰੀ ਹੁੰਦੀ ਹੈ ਨਾਰਮਲ ਆਪਣੀ ਸਿਵਲ ਲਾਈਫ ਤੋਂ, ਡੇ ਟੂ ਡੇ ਐਕਟੀਵਿਟੀਜ਼ ਤੋਂ। ਉਹਦਾ ਕੰਮ ਹੁੰਦਾ ਕਿ ਤੁਹਾਡੀ ਪਰਸਨੈਲਿਟੀ ਨੂੰ ਥੋੜ੍ਹਾ ਜਿਹਾ ਸ਼ੇਪ ਕਰਨਾ ਅਕੋਰਡਿੰਗ ਟੂ ਦੀ ਆਰਮੀਜ਼ ਰਿਕੁਆਇਰਮੈਂਟ। ਤੇ ਰਿਜ਼ਰਵ ਆਰਮੀ ਡਜ਼ਨਟ ਡੂ ਦੈਟ, ਇਟ ਅਲਾਉਜ਼ ਯੂ ਟੂ ਬੀ ਦ ਪਰਸਨ ਯੂ ਆਰ, and at the same time it gives you adequate, more than enough time to spend with your family and with your without disengaging you from your civil job. And only in your spare time you come and work for the reserve army and still reap the benefits of
ਫੁੱਲ ਟਾਈਮ ਆਰਮੀ। ਮੈਂ ਸੁਖਦੇਵ ਨੂੰ ਕਹਾਂਗਾ ਕਿ ਕੋਈ ਪਿਕਚਰ ਦਿਖਾਓ ਇਹਨਾਂ ਨੇ ਜੋ ਕੰਮ ਵਗੈਰਾ ਕੀਤੇ ਨੇ, ਇਹ ਤੁਸੀਂ ਪਿਕਚਰ ਦੇਖ ਕੇ ਐਕਸਪਲੇਨ ਕਰੋ ਕਿ ਇੱਥੇ ਇਹ ਜੀ ਸਾਡੀ ਆਰਮੀ ਰਿਜ਼ਰਵ ਸੈਂਟਰ ਕਿੰਗਸਟਨ ਦੀ ਫੋਟੋ ਹੈ, ਸਾਡਾ ਕੰਪਨੀ ਹੈੱਡਕੁਆਟਰ ਹੈਗਾ ਉੱਥੇ। ਹਾਂ ਤੇ ਇਹ ਤਾਂ ਪੁਰਾਣੀ ਫੋਟੋ ਹੈ ਜੀ ਸਾਡੀ ਐਡਮੀ ਟ੍ਰੇਨਿੰਗ ਦੀ, ਐਕੈਡਮਿਕਸ ਕੈਂਪ ਜਿੱਤਿਆ ਸੀਗਾ ਕਿੰਗਸ ਕਾਲਜ ਜਦੋਂ ਮੈਂ ਐਡਮਿਸ਼ਨ ਹੋਇਆ ਸੀਗਾ। ਹਾਂਜੀ ਐਡਮਿਸ਼ਨ ਹੋਇਆ ਸੀ ਉਦੋਂ ਦੀ ਫੋਟੋ। ਦੇਖੋ ਯੂਨਿਟ ਤੋਂ ਬਗੈਰ ਤੁਸੀਂ ਕਿਸ ਤਰ੍ਹਾਂ ਲੱਗਦੇ ਸੋ ਡਿਫਰੈਂਟ ਹੈ। ਇਹ ਸਾਡੇ ਜੰਪਸ ਤੋਂ ਜਸਟ ਪਹਿਲੇ, ਪੈਰਾਸ਼ੂਟ ਜੰਪ ਤੋਂ ਪਹਿਲੇ ਦੀ ਫੋਟੋ ਹੈ, 에ਅਰਕ੍ਰਾਫਟ 'ਚ ਬੈਠੇ ਹੋਏ। ਤੇ ਇਹ ਮੇਰੇ ਮਦਰ ਤੇ ਫਾਦਰ ਦੀ ਵੈਡਿੰਗ ਦੀ ਫੋਟੋ ਹੈ 1972 ਦੀ ਜੀ। ਦੈਟਸ ਨਾਈਸ। ਹਾਂਜੀ ਇਹ ਅੱਗੇ ਹਿਮਾਲਿਆਜ਼ ਦੇ ਵਿੱਚ ਸਰਵ ਕਰਦੇ ਦੀ ਫੋਟੋ ਹੈਗੀ ਜੀ। ਤੇ ਆਹ ਸੈਂਡਰਸ ਦੀ ਫੋਟੋ ਹੈ। ਅੱਛਾ ਸੈਂਡਰਸ ਦੀ? ਹਾਂਜੀ ਸੈਂਡਰਸ ਟ੍ਰੇਨਿੰਗ ਦੀ ਫੋਟੋ ਹੈ ਸਾਡੇ ਗਰੁੱਪ ਉਹਦੀ। ਤੇ ਆਹ ਸਾਡੀ ਕਿੰਗਸਟਨ ਰਿਜ਼ਰਵ ਸੈਂਟਰ ਦੀ ਫੋਟੋ ਹੈਗੀ ਹੈ ਜੀ। ਆਹ ਮੇਰੀ ਪਹਿਲੀ ਕਮਿਸ਼ਨਿੰਗ ਦੀ, ਮੇਰੇ ਮਦਰ ਤੇ ਫਾਦਰ ਸਾਹਿਬ ਪਿਪਸ ਲਾਉਂਦੇ ਨੇ। ਸਾਡੇ ਉੱਥੇ ਟ੍ਰੈਡੀਸ਼ਨ ਹੈ ਕਿ ਪੇਰੈਂਟਸ ਹੈ ਉਹ ਪਿਪਸ ਤੁਹਾਡੇ ਸਟਾਰਸ ਲਾਉਂਦੇ ਨੇ ਜਦੋਂ ਕਮਿਸ਼ਨਿੰਗ ਹੋਏ ਤੇ। ਪਰ ਇਹ ਬੜਾ ਇੰਟਰਸਟਿੰਗ ਹੈ ਕਿ ਤੁਸੀਂ ਡਿਫਰੈਂਟ ਐਕਟੀਵਿਟੀਜ਼ ਕਰਦੇ ਹੋ ਹਰ ਤਰ੍ਹਾਂ ਦੀ। ਹਾਂਜੀ ਹੈ ਬਿਲਕੁਲ ਸਹੀ ਗੱਲ ਟਫ ਸਾਰਾ ਕੁਝ। ਆਰਮੀ ਗਿਵਸ ਯੂ ਸੋ ਮੈਨੀ ਓਪਰਚੁਨਿਟੀਜ਼, ਭਾਵੇਂ ਐਡਵੈਂਚਰ ਲੈ ਲਓ, ਰੋਲਸ ਹੋ ਗਏ ਤੁਹਾਡੇ। ਇਟ ਗਿਵਸ ਯੂ ਸੋ ਮੈਨੀ ਸਕਿੱਲਸ ਐਂਡ ਟ੍ਰੇਡਸ, ਉਹ ਵੀ ਐਂਡ ਯੂ ਗੈਟ ਪੇਡ ਫॉर ਇਟ ਐਂਡ ਯੂ ਕੈਨ ਯੂਜ਼ ਦੋਜ਼ ਸਕਿੱਲਸ ਇਨ ਯੋਰ ਸਿਵਲ ਲਾਈਫ ਐਂਡ ਤੁਹਾਡੀ ਪਰਸਨੈਲਿਟੀ ਨੂੰ ਬਹੁਤ ਹੀ ਸ਼ਾਈਨ ਕਰਕੇ ਤਰਾਸ਼ ਕੇ ਨਾ ਨਿਖਾਰ ਦਿੰਦੀ ਹੈ। ਸੋ ਆਈ ਹੈਵ ਆਲ ਗੁੱਡ ਵਰਡਸ ਟੂ ਸੇ ਅਬਾਊਟ ਦੀ ਆਰਮੀ ਐਜ਼ ਅ ਕਰੀਅਰ ਐਂਡ ਆਰਮੀ ਐਜ਼ ਐਨ ਓਪਰਚੁਨਿਟੀ to come out of your, it gives you an opportunity to come out of your comfort zone। ਆਪਾਂ ਕਹਿੰਦੇ ਨੇ ਨਿਹਾਲ ਮਤਲਬ the happiness that comes from success, joy and happiness that comes from success। Army gives you an opportunity to experience that feeling of being nihal because it pushes you out of your comfort zone and makes you achieve those things that you wouldn't imagine otherwise in your normal life। ਉਹੀ ਹੈ ਨਾ, ਆਰਮੀ ਦੇ ਵਿੱਚ ਬਹੁਤ ਓਪਰਚੁਨਿਟੀਜ਼ ਆ, ਜੌਬਸ ਵੀ ਬਥੇਰੀਆਂ। ਹੁਣ ਜੇ ਤੁਸੀਂ ਕਹਿੰਦੇ ਕਿਸੇ ਨੂੰ ਆਰਮੀ ਜੁਆਇਨ ਕਰਨ, ਉਹਨਾਂ ਦਾ ਪਹਿਲਾ ਵਰਡ ਹੁੰਦਾ ਆਪਣੀ ਸਪੈਸ਼ਲੀ ਕਮਿਊਨਿਟੀ ਦਾ, ਆਰਮੀ। ਨੋ 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 ਨੋ, ਆਰਮੀ ਇਜ਼ ਅ ਵੋਰ। ਡਰ ਹੁੰਦਾ ਨਾ। ਯਾ ਆਰਮੀ ਦੇ ਵਿੱਚ ਵੋਰ ਕਹਿੰਦੇ ਆ ਚਲੋ, ਬਟ ਉਹਨਾਂ ਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਆਰਮੀ ਦੇ ਵਿੱਚ ਇੰਨੀਆਂ ਜੌਬਸ ਆ। ਵੀ ਗੋਟ ਲਾਇਰਸ, ਵੀ ਗੋਟ ਡਾਕਟਰ, ਵੀ ਗੋਟ ਡਰਾਈਵਰਸ, ਸਪਲਾਇਰਸ। ਓਬਵੀਅਸਲੀ ਮੇਰੀ ਜੌਬ ਸ਼ੈਫ ਹੈ ਆਰਮੀ ਦੇ ਵਿੱਚ। ਆਈ ਸਟਿਲ ਗੈਟ ਦੀ ਓਪਰਚੁਨਿਟੀ ਟੂ ਟਰੈਵਲ everywhere in the world। ਸੋ ਮੈਂ 2009 ਚ ਆਰਮੀ ਸ਼ੁਰੂ ਕੀਤੀ ਸੀ, 10 ਮੇਰੀ ਟ੍ਰੇਨਿੰਗ ਫਿਨਿਸ਼ ਹੋ ਗਈ ਸੀ। ਉਸ ਤੋਂ ਬਾਅਦ ਮੈਂ 3 ਵਾਰ ਕੈਨੀਆ ਜਾ ਚੁੱਕੀ ਹਾਂ 7 ਵੀਕਾਂ ਲਈ। ਸੋ ਮੈਂ 6 ਮਹੀਨੇ ਦਾ ਟੂਰ ਕਰਕੇ ਆਈ ਸੀ ਸਾਊਥ ਸੁਡਾਨ UN ਮਿਸ਼ਨ। ਜਰਜ਼ੀ ਵੀ ਜਾ ਚੁੱਕੀ ਸਵਿਮਿੰਗ ਟੀਮ ਦੇ ਨਾਲ। ਸੋ ਦੇयर so many opportunity in the army that you can actually go there and then give your best and I'm then sure, I think we got some pictures। मैं सुखदेव ने कहा कि लगाए, we can talk about it। That's yours। ਕੀ ਹੋ ਰਿਹਾ ਇੱਥੇ? ਸੋ ਇੱਥੇ UN ਸੁਡਾਨ ਮੈਂ ਮਿਸ਼ਨ ਤੇ ਸੀ ਨਾ, 6 ਮਹੀਨੇ ਸਾਊਥ ਸੁਡਾਨ ਗਈ ਸੀਗੀ। ਉੱਥੇ ਐਂਡ ਆਫ ਦ ਟੂਰ ਤੁਹਾਨੂੰ ਮੈਡਲ ਮਿਲਦਾ। ਸੋ ਦਿਸ ਵਾਜ਼ ਵੀ ਗੋਟ ਇਨਵਾਈਟਡ ਬਾਈ ਦੀ ਇੰਡੀਅਨ ਆਰਮੀ ਇਨ ਸਾਊਥ ਸੁਡਾਨ। ਉੱਥੇ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਦਾ ਲੰਗਰ ਲਗਾਇਆ ਸੀਗਾ। ਸੋ ਦਿਸ ਵਾਜ਼ ਰੀਸੈਂਟਲੀ ਬਿਫੋਰ ਦ ਲੋਕਡਾਊਨ। ਇਹ ਜਰਮਨੀ ਦੇ ਵਿੱਚ ਮੈਨੂੰ ਕਮਾਂਡਿੰਗ ਆਫਿਸਰ ਕਰਨਲ ਦੇ ਕੋਲੋਂ ਕੋਇਨ ਮਿਲਿਆ ਸੀ। ਦਿਸ ਵਾਜ਼ ਇਨ ਸਾਊਥ ਸੁਡਾਨ। Obviously the commander from the South Sudan, he gave me the medal, presenting the medal। This was obviously Independence Day with the Indian soldiers। Amazing, ਬਹੁਤ really nice, beautiful। ਪਰ ਇਹਦੇ ਚ ਕੋਈ ਐਦਾਂ ਨਹੀਂ ਫਰਕ ਰੱਖਦੇ ਜਿੱਦਾਂ ਵੀ ਆਪਣੇ ਆਦਮੀ ਖੜੇ ਵਿੱਚ ਔਰਤਾਂ ਨੂੰ ਬਿਲਕੁਲ ਨਾਲ ਤੁਹਾਨੂੰ ਮਿਲੇ? ਨਹੀਂ, definitely not। No, ਨਹੀਂ ਜੀ ਨਹੀਂ। army is it's a one man army। so females ਹੁਣ ਤਾਂ ਆਰਮੀ ਦੇ ਵਿੱਚ ਇਨਫੈਂਟਰੀ ਦੇ ਵਿੱਚ ਵੀ ਆਪਣੇ ਫੀਮੇਲਸ ਆਰਮੀ ਜੁਆਇਨ ਇਨਫੈਂਟਰੀ ਜੁਆਇਨ ਕਰ ਸਕਦੀਆਂ। So there's no difference, there's nothing। So if they're expecting the male to do the same training, so if I want to, for just taking case, if I want to go and join the infantry, I have to do the same thing what the male will do। So ਹੁਣ ਪੂਰੇ equal opportunities army ਦੇ ਵਿੱਚ ਆ। Female can join the infantry as well because female are stronger than in। But this is amazing। ਤੁਹਾਨੂੰ you get to travel the world। Yes। and ਫਿਰ then ਤੁਸੀਂ ਉੱਥੇ ਆਪਣੇ ਤੁਹਾਨੂੰ ਮੈਡਲ ਵਗੈਰਾ ਮਿਲਦੇ ਨੇ। You know, so interesting, so lively। ਤੁਸੀਂ how do you feel about it? ਤੁਸੀਂ ਕਿਦਾਂ? It was really proud feel ਹੁੰਦਾ ਕਿ ਸਪੈਸ਼ਲੀ ਜਿਹੜੀ ਤੁਹਾਨੂੰ ਉਹਨਾਂ ਨੇ ਪਹਿਲਾਂ ਫੋਟੋ ਦਿਖਾਈ ਸੀਗੀ ਕਿ ਜਦੋਂ ਅਤੇ ਸਾਊਥ ਸੁਡਾਨ ਦਾ ਕਮਾਂਡਰ ਮੈਨੂੰ ਮੈਡਲ ਦੇ ਰਿਹਾ ਸੀਗਾ। ਉੱਥੇ ਉਹਨਾਂ ਨੇ ਇੰਡੀਅਨ ਆਰਮੀ ਵੱਲੋਂ ਇੰਡੀਪੈਂਡੈਂਸ ਡੇ ਉਹਨਾਂ ਨੇ ਕੀਤਾ ਸੀਗਾ, ਰਨਿੰਗ ਆਰਗੇਨਾਈਜ਼ ਕੀਤੀ ਸੀਗੀ। ਸੋ ਆਈ ਵਾਜ਼ ਦ ਫਰਸਟ ਫੀਮੇਲ ਸਪੈਸ਼ਲੀ UK ਤੋਂ ਉੱਥੇ ਗਈ ਆ ਐਂਡ ਦੈਨ ਆਈ ਕੇਮ ਫਰਸਟ ਆਊਟ ਆਫ ਯਾ ਦਿਸ ਪਿਕਚਰ ਆਈ ਵਾਜ਼ ਟਾਕਿੰਗ ਅਬਾਊਟ। ਸੋ ਉੱਥੇ ਉਹਨਾਂ ਨੇ ਇੰਡੀਅਨ ਆਰਮੀ ਨੇ ਕੀਤਾ ਸੀਗਾ ਆਪਣਾ ਇੰਡੀਪੈਂਡੈਂਸ ਡੇ ਅਰੇਂਜ ਕੀਤਾ ਸੀ, ਰਨਿੰਗ ਕੀਤੀ ਸੀਗੀ 8 ਕਿਲੋਮੀਟਰ ਨੱਠਣਾ। ਸੋ ਇੰਡੀਅਨ ਆਰਮੀ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਸਪੈਸ਼ਲੀ ਮੈਂ UK ਆਰਮੀ ਤੋਂ ਇੱਥੇ ਡਿਪਲੋਏ ਹੋਈ 6 ਮਹੀਨਿਆਂ ਲਈ। ਜਦੋਂ ਮੈਂ ਫਿਰ ਆਪਣੀ ਪੂਰੀ ਰਨ ਕੰਪਲੀਟ ਕੀਤੀ ਸੀ ਤੇ ਜਦੋਂ ਉਹਨਾਂ ਨੇ ਮੇਰਾ ਨਾਮ ਲਿਆ ਸੀ ਪੂਰੀ ਇੰਡੀਅਨ ਆਰਮੀ ਦੇ ਵਿੱਚ, ਪ੍ਰਦੀਪ ਕੌਰ। ਸੋ ਸਾਰਿਆਂ ਨੇ ਜਦੋਂ ਕੌਰ ਦਾ ਨਾਮ ਸੁਣਿਆ
ਓ ਗॉड ਤੁਸੀਂ ਫਿਰ ਸਾਰਿਆਂ ਨੇ ਮੈਨੂੰ ਆ ਕੇ ਪੁੱਛਿਆ ਸੀ ਤੁਸੀਂ ਇੰਡੀਅਨ ਆਰਮੀ ਚੋਂ, ਤੁਸੀਂ ਬ੍ਰਿਟਿਸ਼ ਆਰਮੀ ਚੋਂ, Naturally, ਕਿੱਦਾਂ ਤੇ ਕਿੰਨੀ proud moment ਹੈਗੀ ਹੈ। ਹਾਂਜੀ ਫਿਰ ਜਦੋਂ ਮੈਡਲ ਪ੍ਰੈਜ਼ੈਂਟ ਹੋਇਆ ਸੀ ਕਿ I won the race out of 10 females I came first. Really, So that's this was nice. the medal I got presented by the ਤੁਹਾਨੂੰ ਕਿਸੇ ਟਾਈਮ ਤੇ ਅੱਧਾ ਫੀਲ ਹੋਇਆ ਕਿ ਇਟਸ ਟੂ ਟਫ, ਮੈਂ ਯੂ ਟਰਨ ਮਾਰਨਾ ਕਦੀ? ਜੀ ਬੜੇ ਮੌਕੇ ਆਏ ਨੇ ਜੀ ਇੱਦਾਂ ਦੇ Really? ਵੇਰ ਤੁਸੀਂ ਕਹਿੰਦੇ ਹੋ ਕਿ ਜੀ ਕਿੱਥੇ ਫਸ ਗਿਆ, ਬਟ ਅੱਛਾ। ਨਹੀਂ ਹਾਂ, ਬਟ ਫਿਰ ਉਹੀ ਉਹ ਜਿਹੜੀ ਟ੍ਰੇਨਿੰਗ ਹੈ ਤੇ ਆਪਣੇ ਜਿਹੜੇ ਉਸਤਾਦ ਹੈਗੇ ਨੇ ਫੌਜ ਦੇ ਵਿੱਚ, ਤੁਹਾਡੇ ਇੰਸਟਰਕਟਰਸ ਨੇ ਤੇ ਤੁਹਾਡੇ ਆਸ-ਪਾਸ ਦੀ এনवायरमेंट ਇੰਨੀ ਸਪੋਰਟਿਵ ਹੈ ਕਿ ਉਹ ਤੁਹਾਨੂੰ ਫੇਲ ਨਹੀਂ ਹੋਣ ਦਿੰਦੀ, ਐਂਡ ਦੈਨ ਯੂ ਲਰਨ ਫਰੋਮ ਇਟ, ਯੂ ਲਰਨ ਨਾਟ ਗਿਵਿੰਗ ਅਪ ਐਟ ਦੀ ਐਂਡ ਆਫ ਦ ਡੇ। ਉਹ ਫਿਰ ਆਪਣੇ ਆਪ 'ਚ ਹੀ ਉਹ ਇੱਕ ਬੰਦਾ ਸਿੱਖ ਜਾਂਦਾ ਹੈ ਕਿ ਕੋਈ ਵੀ ਮੁਸ਼ਕਿਲ ਆਏ ਹੁਣ ਮੈਨੂੰ ਪਤਾ ਕਿ ਇਹਨੂੰ ਪਾਰ ਕਿੱਦਾਂ ਕਰਨੀ ਹੈ। ਤਾਂ ਸ਼ੁਰੂ 'ਚ ਜਦੋਂ ਬਚਪਨ ਟੀਨੇਜ ਵਿੱਚ ਜੁਆਇਨ ਕੀਤੀ ਸੀਗੀ, ਉਦੋਂ ਤਾਂ ਅਸੀਂ ਬੜੇ ਲੱਗਦਾ ਸੀ ਕਿ ਯਾਰ ਇਹ ਗਲਤ ਡਿਸੀਜਨ ਲੈ ਲਿਆ, ਪਰ ਉਸ ਤੋਂ ਬਾਅਦ ਜਦੋਂ ਉਸ ਢਾਂਚੇ ਦੇ ਵਿੱਚ ਸੱਜ ਗਏ ਤੇ ਉਸ ਤੋਂ ਬਾਅਦ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੈ ਜੀ। ਉਸ ਤੋਂ ਬਾਅਦ ਫਿਰ ਇਟ ਵਾਜ਼ ਈਜ਼ੀ। ਪਰ ਕੋਈ ਵੀ ਚੀਜ਼ ਹੋਵੇ, ਜਦੋਂ ਤੁਸੀਂ ਸ਼ੁਰੂ ਕਰਦੇ ਕਿਸੇ ਦਾ ਪਹਿਲਾਂ ਬੰਦੇ ਨੂੰ ਬਹੁਤ ਤਕਲੀਫ ਲੱਗਦੀ ਹੈ, ਉਹਦਾ ਜਿਹੜਾ ਐਂਡ ਰਿਜ਼ਲਟ ਹੁੰਦਾ ਇਟਸ ਆਲਵੇਜ਼ ਫਰੂਟਫੁਲ। ਸਹੀ ਗੱਲ ਹੈ। ਅੱਛਾ ਨਿਕਲਦਾ ਉਹਦੇ ਵਿੱਚ। ਰੌਕਟ ਜਦੋਂ ਟੇਕ ਆਫ ਕਰਦਾ ਉਹ ਪਹਿਲੇ ਹੀ ਸਭ ਤੋਂ ਜ਼ਿਆਦਾ ਫਿਊਲ ਸ਼ੁਰੂ ਚ ਹੀ ਬਾਹਰ ਹੁੰਦਾ, ਬਾਅਦ 'ਚ ਤਾਂ ਇਟ ਜਸਟ ਐਟੀ ਫਲਾਈਜ਼। ਸੇਮ ਮੇਰੇ ਨਾਲ ਵੀ ਹੋਇਆ ਸੀਗਾ ਜਦੋਂ ਮੈਂ ਫੇਜ਼ 1 ਟ੍ਰੇਨਿੰਗ 'ਚ ਗਈ ਸੀਗੀ ਤੇ ਉਦੋਂ ਨਵੰਬਰ ਦਸੰਬਰ ਦਾ ਮਹੀਨਾ ਸੀਗਾ 2009 ਦੇ ਵਿੱਚ। ਫਾਈਨਲ ਟ੍ਰੇਨਿੰਗ ਵੀਕ 13 ਵੀਕ 12 ਦੇ ਵਿੱਚ ਫਾਈਨਲ ਫਲਿੰਗ ਜਿਹਨੂੰ ਕਹਿੰਦੇ ਟ੍ਰੇਨਿੰਗ ਸੀਗੀ। ਉੱਥੇ ਸਾਨੂੰ 4 ਰਾਤਾਂ ਬਾਹਰ ਫੀਲਡ 'ਚ ਰਹਿਣਾ ਪੈਂਦਾ, ਸਨੋ ਪੈ ਰਹੀ ਸੀ, ਕਾਫੀ ਜ਼ਿਆਦਾ ਠੰਡ ਸੀ ਕਿਉਂਕਿ ਯੂਜ਼ ਟੂ ਨਹੀਂ ਹੈ ਨਾ ਇੰਡੀਆ ਤੋਂ ਆ ਕੇ। ਸੋ ਹੱਥ ਵਗੈਰਾ ਸਾਰੇ ਸੁੱਜ ਗਏ ਸੀ, ਬਰੂਜ਼ ਐਂਡ ਐਵਰੀਥਿੰਗ। ਉਦੋਂ ਨਾ ਥੋੜਾ ਜਿਹਾ ਹੋਇਆ ਸੀਗਾ ਕਿ ਨਹੀਂ ਆਈ ਡੋਂਟ ਥਿੰਕ ਮੇਰੇ ਤੋਂ ਹੋਣਾ, ਬਟ ਮਨ ਦੇ ਵਿੱਚ ਇਦਾਂ ਸੀ ਕਿ ਨਹੀਂ ਹੋਣਾ, ਪਰ ਅੰਦਰੋਂ ਦਿਲ ਕਹਿ ਰਿਹਾ ਸੀ ਨਹੀਂ ਯੂ ਕੈਨ ਡੂ ਇਟ ਬਿਕਾਜ਼ ਓਨਲੀ 2 ਵੀਕਾਂ ਰਹਿ ਗਈਆਂ ਪਾਸ ਆਊਟ ਪਰੇਡ 'ਚ। ਜਦੋਂ 2 ਵੀਕਾਂ ਤੋਂ ਬਾਅਦ ਤਾਂ ਯੂ ਗੋਨਾ ਗੈਟ ਯੋਰ barry, you're gonna be in a smart uniform and everything. So you know that kind of ਜਿਹੜੀਆਂ ਉਹਨਾਂ ਦੀਆਂ ਵੈਲਿਊਜ਼ ਆ ਉਹ ਤੁਹਾਨੂੰ ਨਾ ਪੁਸ਼ ਕਰਦੀਆਂ, not just don't give up, just keep going. ਮੈਂ ਤੁਹਾਨੂੰ ਪੁੱਛ ਤੋਂ ਪਹਿਲਾਂ ਤੁਹਾਨੂੰ ਕਹਾਂਗਾ ਬਿਫੋਰ ਟਾਈਮ ਵੀ ਖਤਮ ਹੋ ਜਾਵੇ, ਮੈਂ ਚਾਹਾਂ ਤੁਸੀਂ ਕੈਮਰੇ ਵੱਲ ਦੇਖ ਕੇ ਸਪੈਸ਼ਲੀ ਆਪਣੀ ਲੜਕੀਆਂ ਜਿਹੜੀਆਂ ਹੈਗੀਆਂ ਨੇ ਦੇ ਗੋਇੰ ਟੂ ਲੀਵ ਦੀ ਯੂਨੀਵਰਸਿਟੀਜ਼ ਕਾਲਜ ਵਗੈਰਾ, ਉਹਨਾਂ ਨੇ ਆਪਣਾ ਕੈਰੀਅਰ ਬਣਾਉਣਾ ਹੈ, what advice can you give them army ਬਾਰੇ? someone up ਕਰੋ army ਦਾ ਕਿ what's best about it, why should they join the army? So summer up army, what I would say to the girls, to the boys, please do come forward because the army is the best place to be. Army give you so much opportunity to go abroad. You can be lawyer in the army, you can be solicitor, lawyer, doctors, physios, chefs, drivers, suppliers. There's more than hundreds and hundreds jobs in the army. So please set your mind up, be focused, be positive, and then come and join us. Come and be the best. It's tough but you learn it. Yes, it's definitely challenging. You got to face the challenge. You have to lose to win. So definitely, yeah, it is the place to be. I am enjoying it. If I can do it, so you can. ਬਹੁਤ ਅੱਛਾ ਮੈਸੇਜ ਰੀਅਲੀ, ਬਿਕਾਜ਼ ਮੈਂ ਸਟਾਰਟ ਵੀ ਕਹਿ ਕੇ ਤੇ ਫਿਰ ਕਹਿਣਾ ਮੇਰਾ ਮਕਸਦ ਹੀ ਹੈਗਾ ਆਪਣੇ ਬੱਚਿਆਂ ਨੂੰ, ਲੜਕੀਆਂ ਨੂੰ ਆਪਾਂ ਇਨਕਰੇਜ ਕਰੀਏ ਕਿ ਤੁਸੀਂ ਬ੍ਰਿਟਿਸ਼ ਫੋਰਸਿਸ ਜ਼ਰੂਰ ਜਾਓ, ਪੋਲੀਟਿਕਸ ਜਾਓ, ਕੁਝ ਵੀ ਕਰੋ। ਇਟਸ ਹਾਰਡ, ਜੋ ਵੀ ਚੀਜ਼ ਹਾਰਡ ਹੁੰਦੀ ਹੈ ਉਹਦਾ ਬਾਅਦ ਵਿੱਚ ਬਹੁਤ ਫਾਇਦਾ ਹੁੰਦਾ, ਉਹੀ ਸ਼ਾਈਨ ਕਰੇਗਾ। ਤੁਸੀਂ ਕੀ ਕਹਿਣਾ, ਤੁਸੀਂ ਸਮਨ ਅਪ ਕਰਕੇ ਆਪਣੇ ਯੰਗਸਟਰਸ ਨੂੰ ਕਿਸ ਤਰ੍ਹਾਂ ਇਨਕਰੇਜ ਕਰ ਸਕਦੇ ਹੋ? ਸ਼ੋਰ ਜੀ, ਮੇਰੇ ਆਪਣੇ ਐਕਸਪੀਰੀਅੰਸ ਤੋਂ ਮੈਂ ਗੱਲ ਕਰ ਰਿਹਾ, ਸੋ ਬੜੇ ਕ੍ਰੈਡੀਬਿਲਿਟੀ ਨਾਲ ਕਹਿ ਸਕਦਾ ਕਿ 3 ਚੀਜ਼ਾਂ ਮੈਂ ਐਕਸਪੀਰੀਅੰਸ ਕੀਤੀਆਂ ਆਪਣੀ ਲਾਈਫ ਦੇ ਵਿੱਚ। ਪਹਿਲਾ, ਆਪਣੀ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪੈਂਦਾ ਹੈ। ਕੰਫਰਟ ਜ਼ੋਨ ਸਾਨੂੰ ਸਭ ਨੂੰ ਪਿਆਰੀ ਹੁੰਦੀ ਹੈ ਬਿਕੋਜ਼ ਇਟਸ ਵੈਰੀ ਫੈਮਿਲੀਅਰ, ਤੇ ਉਹਦੇ ਵਿੱਚ ਬੜਾ ਸਕੂਨ ਹੈ, ਬੜਾ ਜੇ ਮਾਂ ਦਾ ਲਾਲ ਹੋਵੇ ਫਿਰ ਨਹੀਂ ਨਿਕਲ ਸਕਦਾ। ਹਾਂਜੀ, ਤੇ ਪਰ ਜਿਹੜਾ ਨਿਹਾਲ ਹੋਣਾ ਹੈ ਨਾ, ਤਾਂ ਉਹ ਤੋਂ ਕੰਫਰਟ ਜ਼ੋਨ ਤੋਂ ਥੋੜਾ ਜਿਹਾ ਬਾਹਰ ਨਿਕਲਣਾ ਪੈਂਦਾ, ਤੇ ਉਹਦੇ ਵਿੱਚ ਖੁਸ਼ੀ ਜਿਹੜੀ ਮਿਲਦੀ ਹੈ ਬਹੁਤ ਅੱਛੇ ਲਫ਼ਜ਼ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੈਗਾ। ਤੇ ਦੂਜੀ ਗੱਲ, ਜਿਹੜਾ ਹਾਰਡ ਵਰਕ ਹੈ ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ, ਹਾਰਡ ਵਰਕ ਕਰਨਾ ਪੈਂਦਾ ਹੈ। ਤੇ ਸਭ ਤੋਂ ਵੱਡਾ ਫੀਅਰ ਹੁੰਦਾ ਸਾਡਾ ਕਿ ਫੀਅਰ ਆਫ ਫੇਲੀਅਰ, ਉਹ ਤੋਂ ਕਦੀ ਡਰਨਾ ਨਹੀਂ ਚਾਹੀਦਾ ਕਿ ਮੈਂ ਫੇਲ ਹੋ ਜਾਊਂਗਾ ਜਾਂ ਮੈਂ ਗਲਤੀ ਕਰ ਬੈਠੂੰਗਾ। ਇਹ ਸਭ ਤੋਂ ਵੱਡਾ ਦੁਸ਼ਮਣ ਹੈ ਸਾਡਾ, ਫੀਅਰ ਆਫ ਫੇਲੀਅਰ ਕਰਕੇ ਇਹ ਨਹੀਂ ਸੋਚਣਾ ਕਿ ਵੀ ਸ਼ੁੱਡ ਨਾਟ ਲੂਜ਼ ਸੋ ਮੈਨੀ ਥਿੰਗਸ ਇਨ ਲਾਈਫ ਫॉर द ਵਾਂਟ ਆਫ ਟਰਾਈਂਗ ਫॉर दैट। ਕੋਸ਼ਿਸ਼ ਕਰਕੇ ਦੇਖੋ, ਮੇ ਬੀ ਯੂ ਆਰ ਨਾਟ ਮੇਡ ਫॉर ਇਟ, ਮੇ ਬੀ ਸਮਟਾਈਮਸ ਫੇਲੀਅਰ ਇਜ਼ ਗੁੱਡ, ਇਟ ਵਿਲ ਕੀਪ ਯੂ ਸੇਫ, ਹੈ ਨਾ, ਬਟ ਉਹ ਕੋਸ਼ਿਸ਼ ਕਰਕੇ ਦੇਖੋ, ਇੱਕ ਵਾਰ ਤਾਂ ਕੋਸ਼ਿਸ਼ ਕਰਕੇ ਦੇਖਣੀ। ਜੋ ਵੀ ਤੁਸੀਂ ਕਰਨਾ ਚਾਹੋ, ਇਟਸ ਨਾਟ ਜਸਟ ਜੁਆਇਨਿੰਗ ਆਰਮੀ, ਜ਼ਿੰਦਗੀ 'ਚ ਕੁਝ ਵੀ ਕਰਨਾ, ਕੁਝ ਵੀ ਬਣਨਾ, ਕੰਫਰਟ ਜ਼ੋਨ ਤੋਂ ਨਿਕਲ ਕੇ ਕੋਸ਼ਿਸ਼ ਕਰਕੇ ਦੇਖੋ, ਥੋੜੀ ਟੱਕਰਾਂ ਖਾ ਕੇ, ਧੱਕੇ ਖਾ ਕੇ ਦੇਖੋ, ਹਾਰਡ ਵਰਕ ਕਦੀ ਵੇਸਟ ਨਹੀਂ ਜਾਏਗਾ। ਜਿਹੜਾ ਹਾਰਡ ਵਰਕ ਇੱਥੇ ਤੁਸੀਂ ਕੀਤਾ, ਇੱਥੇ ਫੇਲ ਹੋ ਗਏ, ਉਹ ਕਿਤੇ ਹੋਰ ਜ਼ਰੂਰ ਕੰਮ ਆਏਗਾ। ਸੋ ਦੇयर इज नो ਸ਼ਾਰਟਕਟ ਟੂ ਇਟ। ਤੇ ਆਹੀ ਹੈ ਫੀਅਰ ਆਫ ਫੇਲੀਅਰ, ਹਾਰਡ ਵਰਕ ਐਂਡ ਕੰਫਰਟ ਜ਼ੋਨ ਦੇ ਵਿੱਚ ਜਿਹੜਾ ਨਾ, ਇਹਨੂੰ ਇਹ ਬੈਰੀਅਰ ਨੂੰ ਤੋੜ ਕੇ ਤੁਸੀਂ ਨਿਕਲੋ ਤੇ ਇਟਸ ਅਮੇਜ਼ਿੰਗ, ਇਟਸ ਰੀਅਲੀ ਫੁਲਫਿਲਿੰਗ। ਮੇਰੇ ਪਾਸ ਥੋੜਾ ਜਿਹਾ ਰੀਜ਼ਨ ਹੈ ਵੀ ਹੈ, ਮੈਂ ਤੁਹਾਨੂੰ ਵੀ ਪੁੱਛਾਂਗਾ।
ਆਪਣੇ ਯੂਥ ਕਿਉਂ ਨਹੀਂ ਜੁਆਇਨ ਕਰਦੀ ਇਹਨੂੰ ਬਿਕੋਜ਼ ਇਜ਼ ਇਟ ਬਿਕੋਜ਼ ਉਹਨਾਂ ਨੂੰ ਈਜ਼ੀ ਐਂਡ ਕੁਇਕ ਮਨੀ ਈਜ਼ੀ ਨਹੀਂ ਕੁਇਕ ਮਨੀ ਬਣਾਉਣ ਦਾ ਸ਼ੌਂਕ ਹੋ ਜਾਂਦਾ ਇਸ ਕਰਕੇ ਨਹੀਂ ਜਾਂਦੇ ਇਹ ਤਾਂ ਫੈਮਲੀਜ਼ ਤੇ ਵੀ ਡਿਪੈਂਡ ਕਰਦਾ ਹੈ ਸਭ ਤੋਂ ਵੱਡੀ ਚੀਜ਼ ਸਪੈਸ਼ਲੀ ਮੈਂ ਐਜ਼ ਅ ਫੀਮੇਲ ਵਿਊ ਬੋਲ ਰਹੀ ਹਾਂ ਕਿ ਜੇ ਕਿਸੇ ਕੁੜੀ ਨੇ ਆਰਮੀ ਜੁਆਇਨ ਕਰਨੀ ਆ ਫੈਮਲੀ ਦੀ ਸਪੋਰਟ ਸਾਰਿਆਂ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਹੁਣ ਓਬਵੀਅਸਲੀ ਪਹਿਲਾਂ ਮੈਂ ਮੈਂਸ਼ਨ ਕੀਤਾ ਸੀ ਮੇਰੇ ਫੁੱਫੜ ਜੀ ਨੇ ਮੈਨੂੰ ਕਾਫੀ ਉਹਨਾਂ ਨੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਬਟ ਉਹਨਾਂ ਨੇ ਮੇਰੀ ਹੈਲਪ ਕੀਤੀ ਉਹਨਾਂ ਨੇ ਮੇਰੀ ਸਪੋਰਟ ਕੀਤੀ ਮੇਰੀ ਭੂਆ ਜੀ ਨੇ ਮੇਰੇ ਫੁੱਫੜ ਜੀ ਨੇ ਕਾਫੀ ਸਪੋਰਟ ਕੀਤੀ ਆ ਉਹਨਾਂ ਦੀ ਸਪੋਰਟ ਦੇ ਕਾਰਨ ਅੱਜ ਤੱਕ ਮੈਂ ਇੱਥੇ ਆਈ ਹਾਂ ਮੈਂ ਆਰਮੀ ਜੁਆਇਨ ਕੀਤੀ ਇੰਨਾ ਪੁਸ਼ ਕੀਤਾ ਉਹਨਾਂ ਨੇ ਵੀ ਮੇਰੀ ਕਾਫੀ ਜ਼ਿਆਦਾ ਹੈਲਪ ਕੀਤੀ ਆ ਨਾ ਉਹਨਾਂ ਨੇ ਮੈਂ ਤੁਹਾਨੂੰ ਉਹੀ ਦੱਸਦੀ ਮੈਂ 20 ਕਿਲੋ ਦੇ ਮੇਰੇ ਤੋਂ ਚੱਕ ਕੇ ਨਹੀਂ ਤੁਰ ਹੋਇਆ ਸੀਗਾ ਮੇਰੇ ਫੁੱਫੜ ਜੀ ਨੇ ਆਪ ਉਹ ਘਰ ਭਰ ਹੈ ਨਾ ਪਾਣੀ ਦੇ ਭਰ ਕੇ ਬਾਹਰ ਰੱਖੇ ਸੀ ਮੈਨੂੰ ਸਵੇਰ ਨੂੰ 7 ਵਜੇ ਜਗਾਉਂਦੇ ਹੁੰਦੇ ਸੀ ਯੂ ਨੀਡ ਟੂ ਬੀ ਆਊਟਸਾਈਡ ਯੂਰ ਰੂਮ ਐਂਡ ਯੂ ਗੋਟ ਟੂ ਵਾਕ 150 ਮੀਟਰ ਦੀ ਜਗ੍ਹਾ ਤੁਹਾਨੂੰ 250 ਮੀਟਰ ਤੁਰਨਾ ਪੈਣਾ ਇਫ ਯੂ ਵਾਂਟ ਟੂ ਬੀ ਇਨ ਦੀ ਆਰਮੀ ਸੋ ਓਬਵੀਅਸਲੀ ਤੁਹਾਨੂੰ ਨਾ ਫੈਮਿਲੀ ਦੀ ਸਪੋਰਟ ਜ਼ਿਆਦਾ ਹੋਣੀ ਚਾਹੀਦੀ ਆ ਇਫ ਯੂਰ ਫੈਮਿਲੀ ਸਪੋਰਟਿੰਗ ਯੂ ਸੋ ਵੈਲ surely you can do it ਮੈਂ ਵੀ ਕਰ ਚੁੱਕੀ ਹਾਂ and then obviously you can do it I've got a long mission to go ਮੇਰਾ ਐਸਪੀਰੇਸ਼ਨ ਹੈ ਕਿ ਮੈਂ ਰੈਜੀਮੈਂਟ ਕੈਟਰਿੰਗ ਵਾਰੰਟ ਆਫਿਸਰ ਬਣਨਾ ਚਾਹੁੰਦੀ ਹਾਂ ਇਸ ਟਾਈਮ ਮੈਂ ਕੋਪਰਲ ਪ੍ਰੋਡਕਸ਼ਨ NCO ਹਾਂ ਸੁਪਰਵਾਈਜ਼ਰ but my goal is set up that I want to achieve the rank of regimental catering warrant officer ਅਮਰੀਕਾ ਦੇ ਵੀ ਕੈਨੇਡਾ ਵਿੱਚ I mean sorry not America ਡਿਫੈਂਸ ਮਿਨਿਸਟਰ ਆਪਣੇ ਸਰਜਨ ਸਿੰਘ ਭਾਜੀ ਦੇਖੋ ਕੋਈ few years back would you imagine ਜੋ ਅੱਜ ਹੈਗੇ ਕਿ ਹੋਣਗੇ ਉਹ ਨਹੀਂ ਜੀ ਹੈ achievement ਕਿੰਨੀ ਵੱਡੀ ਗੱਲ ਹੈ ਐਂਡ ਇਨ ਫੈਕਟ ਲਾਸਟ ਵੀਕ ਅਸੀਂ ਉਹਨਾਂ ਦੀ ਕਲਿੱਪ ਦਿਖਾਈ ਸੀਗੀ ਹੀ ਵੈਂਟ ਸਮਵੇਅਰ ਐਂਡ ਉਹਨੂੰ ਨਾ ਉੱਥੇ ਇੱਦਾਂ ਰਿਸੀਵ ਕੀਤਾ ਗਿਆ ਨਾ ਮੇਰੀ ਲਾਈਫ 'ਚ ਮੇਰੇ ਜਿੰਦੇ ਜਾਗਦੇ ਮੈਂ ਫਸਟ ਟਾਈਮ ਇੱਕ ਸਰਦਾਰ ਨੂੰ ਦੇਖਿਆ ਕਿ ਉੱਦਾਂ ਉਹਨੂੰ ਉੱਥੇ ਰਿਸੀਵ ਕੀਤਾ ਗਿਆ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਦੈਟਸ ਵੰਡਰਫੁਲ ਐਵਰੀਬਾਡੀ ਸਟੈਂਡਿੰਗ ਪ੍ਰਾਈਵੇਟ ਏਅਰਕ੍ਰਾਫਟ ਉਤਰੇ ਤੇ ਉਹਨਾਂ ਨੂੰ ਸਲੂਟ ਪੈ ਰਹੇ ਸੀ ਸਾਰੇ ਪਾਸੇ ਗਾਰਡ ਆਫ ਆਨਰ ਦਿੱਤਾ ਉਹਨਾਂ ਨੂੰ ਯਾਰ ਇੱਕ ਸਰਦਾਰ ਆਪਣੇ ਜਾਂ ਮਨਮੋਹਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ ਜਾਂ ਇਹਨਾਂ ਨੂੰ ਸੈਕਿੰਡ ਸਰਦਾਰ ਫਿਰ ਇਹ ਗੋਰੇ ਯੂਨੀਫਾਰਮ ਦੇ ਵਿੱਚ ਜਿੱਥੇ ਕੈਪਟਨ ਮੇਜਰ ਵੱਡੇ ਵੱਡੇ ਖੜੇ ਹੋਣਗੇ ਉਹ ਖੜ ਕੇ ਉਹਨੂੰ ਸਲੂਟ ਮਾਰਦੇ ਸੀ ਨਹੀਂ ਤੁਸੀਂ ਉਹ ਗੱਲ ਯੂਥ ਦੀ ਆਪਾਂ ਜਿੱਦਾਂ ਕੀਤੀ ਬਿਲਕੁਲ ਸਹੀ ਕੀਤੀ ਯੂਥ ਦੇ ਵਿੱਚ ਆਪਣੇ ਐਸਪੀਰੇਸ਼ਨਸ ਬਹੁਤ ਨੇ એનર્ਜੀ ਬਹੁਤ ਹੈਗੀ ਹੈ ਟੈਲੈਂਟ ਵੀ ਬਹੁਤ ਹੈਗਾ ਹਨਾ ਉਹ ਬਸ ਥੋੜਾ ਜਿਹਾ এনवायरमेंट ਥੋੜਾ ਗਾਈਡੈਂਸ ਦੀ ਜ਼ਰੂਰਤ ਹੈ ਉਹਨਾਂ ਨੂੰ ਥੋੜਾ ਰਾਹ ਦਿਖਾਉਣ ਦੀ ਜ਼ਰੂਰਤ ਹੈ ਤੇ ਬਾਕੀ ਥੋੜੀ ਮਿਸਪਰਸੈਪਸ਼ਨ ਵੀ ਹੈਗੀ ਹੈ ਫੌਜ ਦੀ ਆਪਾਂ ਸੋਚਦੇ ਹਾਂ ਕਿ ਹਮੇਸ਼ਾ ਕੰਬੈਟ 'ਚ ਰਹਿੰਦੀ ਹੈ ਉਹ ਬਿਲਕੁਲ ਨਹੀਂ ਹੈਗਾ ਲੋਕੀ 20-25 ਸਾਲ ਸਰਵਿਸ ਕਰਕੇ ਰਿਟਾਇਰ ਹੁੰਦੇ ਕਦੀ ਉਹਨਾਂ ਨੇ ਕੰਬੈਟ ਦੇ ਕੋਲ ਵੀ ਨਹੀਂ ਕਦੀ ਲੰਗੇ ਹੁੰਦੇ ਕਾਨੂੰਨ ਹੈ ਨਾ ਰੋਲ ਮੇਰਾ ਹਿਸਾਬ ਲਾ ਲਓ ਕਿ ਮੈਂ ਆਰਮੀ ਦੇ ਵਿੱਚ ਸ਼ੈਫ ਆ ਮੇਰੀ ਜੌਬ 10 ਸਾਲ ਮੈਨੂੰ ਹੋ ਚੁੱਕੇ ਆ ਆਰਮੀ ਦੇ ਵਿੱਚ ਮੈਂ ਕਦੀ ਵੀ ਆਪਣੀ ਲਾਈਫ ਸੋਚਿਆ ਨਹੀਂ ਹੋਊਗਾ ਕਿ ਬ੍ਰਿਟਿਸ਼ ਆਰਮੀ 'ਚ ਹੋ ਕੇ ਮੈਂ ਕੈਨੀਆ 'ਚ 3 ਸਾਲ ਰਹੂੰ ਉੱਥੇ 3 ਸਾਲ ਗਈ ਹਾਂ ਬੈਕ ਟੂ ਬੈਕ 3 ਇਅਰਸ ਕੈਨੀਆ ਦੇ ਵਿੱਚ ਮੈਂ ਗਈ 2014 'ਚ ਗਈ 7 ਵੀਕਾਂ ਲਈ 2015 'ਚ 2016 'ਚ ਲਗਾਤਾਰ 3 ਸਾਲ so Nanuki I was in Nanuki I was based in Nairobi as well yes so South Sudan 'ਚ ਮੇਰਾ ਮਿਸ਼ਨ ਆਇਆ ਸੀ UN ਮਿਸ਼ਨ ਦਾ 6 ਮਹੀਨੇ ਮੈਂ ਉੱਥੇ ਕੱਟੇ ਸੀਗੇ ਪਰ 6 ਮਹੀਨੇ ਦੇ ਵਿੱਚ that was the best time ever I had that is my pind Nairobi okay yeah so ਜਰਸੀ ਵਿੱਚ ਗਈ ਹਾਂ ਜਰਮਨੀ ਵੀ ਜਾ ਕੇ ਆਈ ਹਾਂ ਸੋ ਆਰਮੀ ਕਦੀ ਵੀ ਨਹੀਂ ਸੋਚਿਆ ਸੀ ਕਿ ਮੈਂ ਆਰਮੀ ਦੇ ਵਿੱਚ ਹੋ ਕੇ ਆਪਣੀ ਜੌਬ ਕਰਦੀ ਵੀ I will definitely visit some place ਗੁਰਦੁਆਰੇ ਵੀ ਗਈ ਕੈਨੀਆ ਦੇ ਵਿੱਚ ਨੈਰੋਬੀ 'ਚ ਗੁਰਦੁਆਰਾ ਨਨੂਕੀ 'ਚ ਗੁਰਦੁਆਰਾ ਬਿਲਕੁਲ so I had the chance to work with the Indian Army in UN mission in South Sudan which I never thought कि मैं Indian Army भी देखूंगी worked with the Ugandan Army Nepalese it was so much ਇੱਕ ਗੱਲ ਜਿੱਦਾਂ ਤੁਸੀਂ ਨਾ ਮੈਨੂੰ ਬੜਾ ਅੱਛਾ ਲੱਗਿਆ ਤੁਸੀਂ ਵੀ ਕਿਹਾ ਕਿ ਫੈਮਿਲੀ ਦੀ ਸਪੋਰਟ ਬੜੀ ਜ਼ਰੂਰੀ ਹੁੰਦੀ ਹੈ ਇੱਥੇ ਜਿਹੜੇ ਕਾਲ ਚੈਨਲ ਹੈ ਤੁਹਾਡੀ ਫੈਮਿਲੀ ਹੈ ਓਨੈਸਟਲੀ ਮੈਂ ਇੱਥੇ ਬੈਠ ਕੇ ਤੁਸੀਂ ਕੁਝ ਵੀ ਕਹਿ ਲਓ ਜਿੱਦਾਂ ਤੁਹਾਡੇ ਫੁੱਫੜ ਜੀ ਨੇ ਕੀਤਾ ਤੁਹਾਨੂੰ ਸਪੋਰਟ ਕੀਤੀ ਤੁਹਾਨੂੰ ਪੁਸ਼ ਕੀਤਾ on my show this is what I do ਮੈਂ ਲੋਕਾਂ ਨੂੰ ਨਾ ਦਿਖਾਉਣਾ ਪਿਆ ਤੁਹਾਡੇ ਵਰਗੇ ਲੋਕ ਬੁਲਾ ਕੇ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਔਰ ਤੁਸੀਂ ਦੱਸਦੇ ਹੋ ਆਪਣੇ ਜੋ ਤੁਸੀਂ ਐਕਸਪੀਰੀਅੰਸ ਕੀਤਾ ਇਟਸ ਨੋਟ ਈਜ਼ੀ ਯੂ ਹੈਵ ਟੂ ਕਮ ਆਊਟ ਆਫ ਦ ਕੰਫਰਟ ਜ਼ੋਨ ਫਿਰ ਤੁਸੀਂ ਬੰਦੇ ਹੋ ਐਟਲੀਸਟ ਰਿਐਲਿਟੀ ਤੁਸੀਂ ਦੱਸਦੇ ਹੋ ਕਿ ਵਾਟ ਆਰ ਯੂ ਗੋਇੰ ਟੂ ਫੇਸ ਇਟਸ ਨੋਟ ਬੈਡ ਆਫ ਰੋਜ਼ਸ ਨਹੀਂ ਲਾਈਫ ਇਜ਼ ਨੋਟ ਬੈਡ ਆਫ ਰੋਜ਼ਸ ਐਂਡ ਨੋ ਵਨ ਪ੍ਰੋਮਿਸਡ ਯੂ ਬੈਡ ਆਫ ਰੋਜ਼ਸ ਹਾਰਡਸ਼ਿਪਸ ਤਾਂ ਹਰ ਭਾਵੇਂ ਤੁਸੀਂ ਆਰਮੀ ਚ ਆਓ ਭਾਵੇਂ ਕਿਤੇ ਵੀ ਜਾਓ ਹਾਰਡਸ਼ਿਪਸ ਪ੍ਰੋਬਲਮਸ ਆਉਣਗੀਆਂ ਆਰਮੀ ਪ੍ਰੀਪੇਅਰਸ ਯੂ ਵੈਲ ਕਾਈਂਡ ਆਫ ਥਿੰਗ ਉਹ ਤੁਹਾਨੂੰ ਇਨ ਦੋਜ਼ ਰੋਲਸ ਐਂਡ ਆਲ ਹੁਣ ਚੰਗੀ ਗੱਲ ਆਪਾਂ ਪਹਿਲੇ ਵੀ ਕੀਤੀ ਸੀ ਕਿ ਸਾਊਥ ਹਾਲ ਦੇ ਵਿੱਚ ਆਪਣੀ ਪਲਟੂਨ ਹੈਗੀ ਇਨਫੈਂਟਰੀ ਦੀ ਤੇ ਆਈਲ ਬੀ ਸੋ ਹੈਪੀ ਜੇ ਆਪਣੇ ਇੱਥੇ ਲੋਕਲ ਸਾਊਥ ਹਾਲ ਦੇ ਨੇੜੇ ਤੇੜੇ ਰਹਿਣ ਵਾਲੀ ਕੁੜੀਆਂ ਆ ਕੇ ਉਸ ਇਨਫੈਂਟਰੀ ਦੇ ਵਿੱਚ join ਕਰਨ ਤਾਂ there will be something nothing you know never happened before they'll break all the ceilings and it'll put everyone else to shame
ਕਿ if we could raise a platoon with more girls than boys. ਅੱਛਾ ਤੁਸੀਂ ਕਹਿੰਦੇ ਹੋ ਨਾ ਕਿ it would be very nice ਕਿ ਲੜਕੀ ਆਣ ਆਪਣੀਆਂ ਜਾਂ ਆਪਣੇ ਕੋਈ ਵੀ ਲੜਕੇ ਵੀ ਆਣ what is the first move they need to do? They need to sign up. Online application form ਹੈਗਾ, they need to fill that up and fill their choice, give their choice at London Regiment in Southall, and then we'll trace you and we'll track you. ਸਾਡੇ ਰਿਕਰੂਟਮੈਂਟ ਸੈੱਲ ਦੇ ਵਿੱਚ ਸਪੈਸ਼ਲਿਸਟ ਹੈਗੇ ਨੇ who ਹਰ ਸਟੈਪ ਦੇ ਉੱਤੇ ਤੁਹਾਨੂੰ ਐਡਵਾਈਸ ਤੇ ਗਾਈਡ ਕਰਨਗੇ ਕਿ ਕਿੱਦਾਂ ਉਹਨੂੰ ਐਡਵਾਂਸ ਕਰਨੀ ਐਪਲੀਕੇਸ਼ਨ ਨੂੰ। ਜਿਸ ਏਰੀਆ 'ਚ ਹੈਗੇ ਉੱਥੇ ਕਿਤੇ ਉਹਨੂੰ ਅਕੋਮੋਡੇਟ ਕਰ ਸਕਦੇ ਨੇ। ਹਾਂਜੀ ਬਿਲਕੁਲ। ਸੋ ਰਿਜ਼ਰਵ ਦਾ ਆਹੀ ਫਾਇਦਾ ਹੈਗਾ ਕਿ ਤੁਹਾਨੂੰ ਜ਼ਿਆਦਾ ਦੂਰ ਟਰੈਵਲ ਕਰਨਾ ਨਾ ਪਵੇ। ਹਫਤੇ 'ਚ ਇੱਕ ਵਾਰ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਹੈ, ਮਹੀਨੇ 'ਚ ਇੱਕ ਵਾਰ ਵੀਕਐਂਡ ਤੇ ਟ੍ਰੇਨਿੰਗ ਹੁੰਦੀ ਹੈ। ਤੁਸੀਂ ਸ਼ਾਮ ਨੂੰ ਕੰਮ ਖਤਮ ਕਰਕੇ ਵੀ 2 ਘੰਟੇ ਟ੍ਰੇਨਿੰਗ ਕਰਕੇ ਫਿਰ ਘਰ ਜਾ ਸਕਦੇ ਹੋ। ਸੋ that's the beauty of joining your army reserve center in your local area. And So now also, we have it's a free fitness as well. You get fitness every morning. They train you. They make you fit. So it's 8 o'clock or 10 past 8. You do the parade, and then you go through the physical training session. It could be circuit running or whatever. But army make you so fit. I was not fit at all. Promise, put my hand on my heart. I was not fit at ਪਰ all. ਤੁਸੀਂ ਮੈਡੀਕਲੀ ਚੈੱਕ ਹੁੰਦੇ ਹੋ ਤੁਹਾਨੂੰ ਫਿਟ ਕਰਦੇ Medically ਨੇ। ਸਭ ਕੁਝ ਤੁਹਾਡਾ ਉਹ ਚੈੱਕ And- ਕਰਦੇ ਆ। Other than whether can you talk little bit perks ਵਗੈਰਾ ਤੁਹਾਨੂੰ ਕੁਝ ਇਦਾਂ ਦਾ ਲੱਗਦਾ ਕਿ ਉਹ this is nice to joining the army? As in like ਜਿੱਦਾਂ ਤੁਸੀਂ accommodation ਵਗੈਰਾ ਦੀ ਗੱਲ ਕਰਦੇ ਹੋ ਜਾਂ ਕੁਝ ਇਸ ਤਰ੍ਹਾਂ ਦਾ ਮੈਡੀਕਲ ਦਾ does that all come along with it? ਮੈਡੀਕਲ ਦਾ ਜਦੋਂ ਤੁਸੀਂ ਨਾ ਆਰਮੀ ਦੇ ਵਿੱਚ ਜੁਆਇਨ ਕਰਨਾ ਪਹਿਲਾ ਬੰਦਾ ਆ ਤੁਹਾਨੂੰ ਲਾਈਕ ਸਰ ਨੇ ਕਿਹਾ ਕਿ ਤੁਹਾਨੂੰ ਸਾਈਨ ਅਪ ਕਰਨਾ ਪੈਂਦਾ। ਸਾਈਨ ਅਪ ਤੋਂ ਬਾਅਦ ਮੈਡੀਕਲ ਫਾਰਮ ਹੁੰਦਾ, ਕਾਫੀ ਜ਼ਿਆਦਾ ਵੱਡਾ ਮੈਡੀਕਲ ਫਾਰਮ ਹੁੰਦਾ ਕਿਉਂਕਿ ਮੇਰਾ ਆਈ ਇਨਸਪਾਇਰਡ ਮਾਈ ਬ੍ਰਦਰ, ਹੀ ਇਜ਼ ਐਕਚੁਅਲੀ ਡੂਇੰਗ ਹਿਸ ਫੇਜ਼ 1 ਟ੍ਰੇਨਿੰਗ ਇਨ ਕੈਟਰਿਕ ਅਪ ਨਾਰਥ। ਅੱਛਾ। ਸੋ ਉਹਨੇ ਮੇਰੇ ਤੋਂ ਇੰਸਪਾਇਰ ਹੋ ਕੇ ਕੀਤਾ ਆ। ਸੋ ਉਹਨੇ ਸਾਈਨ ਅਪ ਕੀਤਾ ਸੀ। ਮੈਡੀਕਲ ਜਿਹੜਾ ਫਾਰਮ ਆ ਯੂ ਹੈਵ ਟੂ ਫਿਲ ਐਵਰੀ ਸਿੰਗਲ ਬਿਟ। ਤੁਹਾਨੂੰ ਆਸਟਮਾ ਆ, ਆਈ ਡੋਂਟ ਥਿੰਕ ਦ ਆਰਮੀ ਟੇਕ the people with asthma. ਅੱਛਾ ਉਹ ਤਾਂ You proper got check to be ਕਰਦੇ ਨੇ। clear, Hanji. You got to be clear. Any niggles and anything like that. So they check every single thing. ਤੁਹਾਨੂੰ ਪਹਿਲਾਂ ਸਿਵਿਲੀਅਨ ਡਾਕਟਰ ਨਾਲ ਚੈੱਕਅਪ ਕਰਨਾ ਪੈਂਦਾ, ਫਿਰ ਤੁਹਾਡਾ ਐਪਲੀਕੇਸ਼ਨ ਆਰਮੀ ਦੇ ਥਰੂ ਚੱਲ ਜਾਂਦਾ। ਆਰਮੀ ਉੱਥੇ ਵੀ ਜਾ ਕੇ ਤੁਹਾਡਾ ਫਸਟ ਡੇ ਤੁਸੀਂ ਅਰਾਈਵ ਹੁੰਦੇ ਆ ਉੱਥੇ ਸਿਲੈਕਸ਼ਨ ਲਈ ਤੁਹਾਡਾ ਉੱਥੇ ਪਹਿਲਾਂ ਪੂਰਾ ਦਿਨ ਮੈਡੀਕਲ ਹੁੰਦਾ ਆ। ਜੇ ਉਹਨਾਂ ਨੂੰ ਲੱਗਦਾ ਹੈ ਯੂ ਨਾਟ ਫਿਟ ਫॉर दैट ਦੇ ਵਿਲ ਸੇ ਓਕੇ ਸੌਰੀ। ਤੁਸੀਂ ਕਿਸੇ ਨੂੰ ਤੁਸੀਂ ਤਾਂ ਦੱਸਿਆ ਨਾ ਤੁਹਾਡਾ ਬ੍ਰਦਰ ਛੋਟਾ ਕਿ ਵੱਡਾ ਤੁਹਾਡੇ ਨਾਲ? ਮੇਰੇ ਕੋਲ ਛੋਟਾ ਬ੍ਰਦਰ, ਹਾਂਜੀ ਉਹ ਛੋਟਾ ਸੋ ਆ। ਬੇਸਿਕਲੀ ਤੁਹਾਨੂੰ ਇਨਸਪਾਇਰ ਹੋ ਕੇ ਉਹਨੇ ਕੀਤਾ ਤੁਹਾਡਾ। ਹਾਂਜੀ ਰੀਸੈਂਟਲੀ ਤੁਸੀਂ ਕੋਈ ਇਦਾਂ ਦਾ ਡੋਂਟ ਯੂ ਫੀਲ ਲਾਈਕ ਕਿ ਮੈਂ ਮੇਰੇ ਤੇ ਬੜਾ ਪੈਸ਼ਨ ਹੈ ਕਿ ਮੈਂ ਲੋਕਾਂ ਨੂੰ ਇਨਕਰੇਜ ਕਰਾਂ, ਆਪਣੇ ਬੱਚਿਆਂ ਨੂੰ ਕਰੀਏ ਕਿ ਤੁਸੀਂ ਆਓ। ਤੁਹਾਡੇ 'ਚ ਹੁੰਦਾ ਕਿ ਮੈਂ ਚਲ ਆਪਣੀ ਜੌਬ 'ਚ ਬਿਜ਼ੀ ਨਹੀਂ ਹੋ ਕਿ ਤੁਸੀਂ ਵੀ ਇਦਾਂ ਦਾ ਕੁਝ ਕਰਦੇ ਹੋ PR ਵਰਕ? ਨਹੀਂ ਬਿਲਕੁਲ ਜੀ। ਸੋਸ਼ਲ ਮੀਡੀਆ ਤੇ ਥੋੜਾ ਜਿਹਾ ਪ੍ਰੈਜ਼ੈਂਸ ਹੈਗਾ। ਸੋਲਜਰਸ ਆਫ ਸਾਊਥ ਹਾਲ ਮੈਂ ਇੱਕ ਆਪਣਾ ਹੈਂਡਲ ਚਲਾਇਆ ਸਪੈਸ਼ਲੀ ਫॉर ਸਾਊਥ ਹਾਲ, ਇਨਕਰੇਜ ਪੀਪਲ ਇਨ ਐਂਡ ਅਰਾਊਂਡ ਸਾਊਥ ਹਾਲ ਐਂਡ ਉਹਦੇ ਉੱਤੇ ਵੀ ਟਰਾਈ ਟੂ ਟੈਲ ਦੈਮ ਜਿੱਦਾਂ ਤੁਸੀਂ ਗੱਲ ਕੀਤੀ ਪਰਕਸ ਦੀ। ਫਿਜ਼ੀਕਲ ਫਿਟਨੈਸ ਇਜ਼ ਵਨ ਐਂਡ ਯੂ ਗੈਟ ਪੇਡ ਫॉर ਇਟ ਐਵਰੀ ਟਾਈਮ ਇਨ ਯੋਰ ਪਹਿਲੀ ਤਾਂ ਰਿਜ਼ਰਵ ਆਰਮੀ 'ਚ ਵੀ ਜਿਹੜਾ ਵੀ ਕੰਮ ਹੁੰਦਾ ਉਹ ਤੁਹਾਡੇ ਸਪੇਅਰ ਟਾਈਮ ਦੇ ਵਿੱਚ ਹੁੰਦਾ। ਤੁਹਾਡੀ ਨੋਰਮਲ ਲਾਈਫ ਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਕਰਦਾ। ਤੇ ਉਹ ਸਪੇਅਰ ਟਾਈਮ 'ਚ ਜਾ ਕੇ ਤੁਸੀਂ ਜੋ ਵੀ ਕੰਮ ਕਰੋਗੇ ਯੂ ਵਿਲ ਗੈਟ ਪੇਡ ਫॉर ਇਟ। ਵੀਕਐਂਡ ਤੇ ਸ਼ਾਮ ਨੂੰ ਕਾਈਂਡ ਆਫ ਥਿੰਗ ਘੁੰਮਣ ਨੂੰ ਮਿਲਦਾ। ਐਡਵੈਂਚਰ ਟ੍ਰੇਨਿੰਗ ਦੇ ਬਹੁਤ ਐਕਟੀਵਿਟੀਜ਼ ਨੇ। ਤੁਸੀਂ ਯੂ ਵਾਂਟ ਟੂ ਡੂ ਸਕਾਈ ਡਾਈਵਿੰਗ, ਯੂ ਵਾਂਟ ਟੂ ਡੂ ਸਕੀਇੰਗ, ਯੂ ਵਾਂਟ ਟੂ ਲਰਨ ਕਲਾਈਮਿੰਗ, ਤੁਸੀਂ ਟਰੈਕਿੰਗ ਕਰਨ ਕਿਤੇ ਜਾਣਾ ਹੈ, ਇੰਨੇ ਐਡਵੈਂਚਰ ਓਪਰਚੁਨਿਟੀਜ਼ ਹੈਗੀਆਂ। ਯੂ ਸਾਈਨ ਅਪ ਕਰੋ ਐਂਡ ਆਰਮੀ ਇਜ਼ ਬਹੁਤ ਸਪੋਰਟ ਕਰਦੀ ਹੈ ਤੁਹਾਨੂੰ ਉਹਦੇ ਲਈ ਐਂਡ ਯੂ ਡੋਂਟ ਹੈਵ ਟੂ ਪੇ ਐਨੀਥਿੰਗ ਫॉर ਇਟ ਐਂਡ ਯੂ ਗੋ ਐਂਡ ਕੁਆਲੀਫਾਈ ਇਨ ਦੈਟ ਸਕਿੱਲ ਐਂਡ come back and use that skill in whichever way you want to do. ਟਾਈਮ ਬੜੀ ਫਾਸਟ ਜਾ ਰਿਹਾ। ਮੈਂ ਦੋਨਾਂ ਨੂੰ ਪੁੱਛਾਂਗਾ ਤੁਹਾਨੂੰ ਡੂ ਯੂ ਫੀਲ ਕਿ ਤੁਸੀਂ ਆਰਮੀ 'ਚ ਹੋਣ ਕਰਕੇ ਯੂ ਆਰ ਬਿਟ ਮੋਰ ਟਫਰ ਇਨ ਅ ਸੈਂਸ ਤੁਹਾਡੀ ਥੋਟ ਦੇ ਨਾਲ ਤੁਸੀਂ ਕੋਈ ਇੱਦਾਂ ਦੀ ਚੀਜ਼ ਦੇਖਦੇ ਹੋ ਬੰਦਾ ਨਾ ਸਾਰੀ ਰਾਤ ਨਹੀਂ ਸੌਂਦਾ ਉਹ ਦੇਖ ਕੇ ਕੁਝ ਜਿੱਦਾਂ ਹੁਣ ਐਕਸੀਡੈਂਟ ਦੀ ਮੈਂ ਗੱਲ ਕਰਾਂ ਸਿੰਪਲ ਮੇ ਬੀ ਦਿਸ ਡਜ਼ਨਟ ਹੈਵ ਆਰਮੀ ਕੋਈ ਨਾ ਕੋਈ ਇੱਦਾਂ ਦੇਖ ਕੇ ਤੁਹਾਡੀ ਤੁਸੀਂ ਡੂ ਯੂ ਫੀਲ ਮੋਰ ਸਟਰੋਂਗਰ ਮੈਂਟਲੀ ਐਂਡ ਫਿਜ਼ੀਕਲੀ? Definitely, yes. मेरा तो आर्मी ज्वाइन करके I'm feeling probably 100 times stronger and tough because I can मैंने इतना लगता है कि कोई challenge आना ना मेरे मोरे I don't step back. I always go forward. Prepared and for then, it, yes, yeah. Yeah, it gives you that courage to conquer fear. ਉਹ ਤੁਹਾਨੂੰ ਇੰਨੇ ਸਿਚੁਏਸ਼ਨ ਦੇ ਵਿੱਚ ਗੁਜ਼ਰਦੇ ਹੋ ਕਿ ਤੁਹਾਨੂੰ ਉਹ ਡਰ ਤਾਂ ਸਭ ਨੂੰ ਲੱਗਦਾ ਹੈ। ਜਿਹੜਾ ਬੰਦਾ ਕਹੇ ਕਿ ਮੈਂ ਡਰਦਾ ਨਹੀਂ ਉਹ ਓਬਵੀਅਸਲੀ ਹੀ ਇਜ਼ ਲਾਈਂਗ। ਡਰ ਤਾਂ ਇਟਸ ਅ ਨੈਚੁਰਲ ਸਟੇਟ ਆਫ ਮਾਈਂਡ। ਉਹ ਡਰ ਲੱਗਦਾ ਹੈ ਬਟ ਇਟ ਗਿਵਸ ਯੂ ਦੈਟ ਸੁਪਰ ਪਾਵਰ ਔਰ ਵਾਟਐਵਰ ਕਰੇਜ ਟੂ ਓਵਰਕਮ ਦੈਟ ਫੀਅਰਸ। ਸੋ ਅੱਗੇ ਜਾ ਕੇ ਤੁਸੀਂ ਕੋਈ ਵੀ ਕੰਮ ਕਰਨ ਤੋਂ ਡਰਦੇ ਹੋ ਸੋ ਯੂ ਬਿਕਮ ਹੈਬਿਚੁਅਲ ਐਜ਼ ਆਊਟ ਆਫ ਹੈਬਿਟ ਯੂ ਗੋ ਐਂਡ ਫੇਸ ਇਟ ਐਂਡ ਦੈਨ most of the time you sort of succeed. ਜਿੱਦਾਂ ਮੈਂ ਕਿਹਾ that fear of failure, fear of hard work, you conquer these fears and it helps you succeed in your life as well. Yeah. Don't get bitter, always get better. That's Really? don't get bitter, always get better. That's the thing in my head. I always
go by that. 3 ਮਿੰਟ ਰਹਿੰਦੇ ਪਾਮ ਬੜੀ ਫਾਸਟ ਜਾ ਰਿਹਾ ਤੇ Then before that we finish, I would like to present you this little momentum from all of us to your channel. ਆ ਵੀ ਕੀ It's a Everybody. guest jar. Careful. ਵੈਰੀ ਨਾਈਸ ਮੈਂ ਸੁਖਦੇਵ ਨੂੰ ਕਹਾਂ ਦਿਖਾ ਸਕੇ ਦੀ ਆਰਮੀ ਵੱਲੋਂ ਐਂਡ ਦੇयर ਇਜ਼ ਅ ਨੋਟਬੁੱਕ ਫॉर ਮੀ ਮੇਰੇ ਜੋ ਬਹੁਤ ਲੋੜ ਪੈਗੀ ਮੈਂ ਇੱਕ ਪੈਡ ਜਿਹਾ ਪਕੜ ਕੇ ਬੈਠ ਜਾ ਐਟਲੀਸਟ ਆਈ ਕੈਨ ਆਰਮੀ ਦਾ ਪੈਡ ਲਿਖ ਕੇ ਸਾਰਾ ਕੁਝ ਮੇਰੀ ਸਕ੍ਰਿਪਟ ਇੱਥੇ ਲਿਖ ਸਕਦਾ Please, ਥੈਂਕ ਯੂ yeah. ਸੋ ਮਚ really nice, feel so honored, so proud. Thank you. This is really lovely. You know मैंने उन फिर वापस मैं रिपीट करांगा तकरीबन 2-2.5 मिनट ही रहंदे ने 2 मिनट आई होप तुसी शो लाइक किया होगा प्लीज़ फीडबैक दिया करो जाने अनजाने कोई गलती की होगी माफ़ी चाहांगे हमेशा कोशिश करी दे अच्छे अल्फाज बोले जान अच्छा शो लेके आ जाए ताकि किसी ने कोई टेस्ट ना पहुँचे तो मेरा मकसद अगेन बच्चों ਨੂੰ थोड़े घर बैठे ਨੂੰ प्रोग्राम लेके आने हैं ਅਨਕਰੇਜ ਕਰਦੇ ਹਾਂ ਤਾਂ ਕਿ ਤੁਸੀਂ ਇੱਦਾਂ ਦੇ ਪ੍ਰੋਗਰਾਮ ਦੇਖ ਕੇ ਆਪਣੇ ਬੱਚਿਆਂ ਨੂੰ ਸੋਚ ਕੇ ਸਮਝ ਕੇ ਵੀ ਤੁਸੀਂ ਇਹ ਲਾਈਨ 'ਚ ਜਾ ਸਕਦਾ ਇਟ ਪ੍ਰੋਬਬਲੀ ਕੈਨ ਚੇਂਜ ਯੋਰ ਲਾਈਫ ਤੇ ਤਕਰੀਬਨ 1 ਮਿੰਟ ਰਹਿੰਦਾ ਤੁਸੀਂ ਕੁਇਕਲੀ ਕੁਝ ਕਹਿਣਾ ਚਾਹੁੰਦੇ ਹੋ ਵਿਦਿਨ 30 seconds Sure ji, if anyone interested in joining the army, please get in touch with us. We'll advise you, help you through the whole process. And ਮਿਹਨਤ ਅਸੀਂ ਕਰਾਵਾਂਗੇ ਟੈਸਟ ਤੁਸੀਂ ਆਪੇ ਪਾਸ ਹੋਣਾ ਹੈ ਜੇ ਤੁਹਾਨੂੰ ਉਹਦਾ ਵੀ ਡਰ ਹੈ ਸੋ ਪਲੀਜ਼ ਡੋਂਟ ਬੀ ਸਕੇਅਰਡ ਸਟੈਪ ਆਊਟ ਐਂਡ ਰੀਚ ਆਊਟ ਇਫ ਯੂ ਰੀਲੀ ਵਾਂਟ ਟੂ Yeah, definitely. Join the army, be the best. ਪਤਾ ਦੇਖ ਕੇ ਤੁਹਾਡੇ ਤੋਂ ਦੋਨੋਂ ਤੋਂ ਪਤਾ ਲੱਗਦਾ ਬਿਕਾਜ਼ ਓਨੈਸਟਲੀ ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿ ਤੂੰ ਕੰਮ ਤੇ ਖੁਸ਼ ਹੈਗਾ ਜਦੋਂ ਤੁਹਾਡੇ ਵਰਗੇ ਚਿਹਰੇ ਦੇਖਦਾ ਪੁੱਛਣ ਦੀ ਲੋੜ ਨਹੀਂ ਹੈ ਸੋ ਇਟ ਸੀਮਸ ਇਟ ਲੁਕਸ ਕਿ ਯੂ ਹੈਵ ਮੇਡ ਅ ਰਾਈਟ ਡਿਸੀਜਨ ਔਰ ਵੱਡੀ ਗੱਲ ਕੀ ਤੁਸੀਂ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਆਰਮੀ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਬੜਾ ਭਾਰ ਆ ਤੁਹਾਡੇ ਸ਼ੋਲਡਰ ਦੇ ਉੱਪਰ ਤੁਹਾਡਾ ਮੂਵਮੈਂਟ ਕਿੱਦਾਂ ਕਰਦੇ ਹੋ ਬੜਾ ਫਰਕ ਪੈਂਦਾ ਉਸ ਚੀਜ਼ ਦਾ ਰੀਅਲੀ ਨਾਈਸ ਥੈਂਕ ਯੂ ਵੈਰੀ ਮਚ Thank you. ਪਰ ਇਹਦੇ ਨਾਲ ਅਗਰ ਇਨਸਾਨ ਦੇ ਪਾਸੇ ਬੋਝ ਰਵੇ ਉਹ ਲਾਈਨ 'ਚ ਰਹਿੰਦਾ ਡਿਸਪਲਿਨ ਰਹਿੰਦਾ ਆਪਣਾ ਸਹੀ ਗੱਲ ਹੈ ਹੈ ਤੁਹਾਨੂੰ ਬੜਾ ਖਿਆਲ ਰੱਖਣਾ ਪੈਂਦਾ ਮੈਂ ਆਖਰ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਸ਼ੁਕਰਾਨਾ ਕਰਦਾ ਥੈਂਕ ਯੂ ਸੋ ਮਚ Thank ਫॉर you. ਕਮਿੰਗ ਉਮੀਦ ਰੱਖਦਾ ਕਿ ਨੀਅਰ ਫਿਊਚਰ ਜਦੋਂ ਤੁਸੀਂ ਹੋਰ ਮੈਡਲ ਲੈ ਕੇ ਆਵੋ ਕਿਸੇ ਚੀਜ਼ ਦੇ ਵਿੱਚ ਵੀ ਫਿਰ ਆ ਕੇ ਆਪਾਂ ਜ਼ਰੂਰ ਤੁਹਾਨੂੰ ਬੁਲਾਵਾਂਗੇ ਥੈਂਕ ਯੂ ਵੈਰੀ Thank ਮਚ you. ਥੈਂਕ ਯੂ ਸੋ ਮਚ Yeah, ਆਪਾਂ ਬੁਲਾਦਾ it's ਐਂਡ been ਦੇ a ਵਿੱਚ great ਆਪਾਂ pleasure. ਫਤਿਹ ਬੁਲਾਣੇ ਆ ਤੇ ਪਹਿਲਾਂ ਥੋੜਾ ਬਹੁਤਾ ਟਾਈਮ ਹੈਗਾ ਫਿਰ ਮੈਂ ਸਾਰਿਆਂ ਨੂੰ ਕਹਾਂਗਾ ਪਲੀਜ਼ ਤੁਸੀਂ ਕਾਲ ਚੱਲ ਦੇਖਦੇ ਰਿਹਾ ਕਰੋ ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਏਗੀ ਤੇ ਕੱਲ ਸਵੇਰ ਐਕਚੁਅਲੀ ਤੁਹਾਡਾ ਨਵਾਂ ਸ਼ੋਅ ਸ਼ੁਰੂ ਹੋਇਆ ਮੈਡੀਕਲ ਸ਼ੋਅ ਜਿੱਥੇ ਹੈਲਥ ਐਡਵਾਈਸ ਹੋਗੀ ਲਾਈਫਸਟਾਈਲ ਬਾਰੇ ਉਹ ਤੁਸੀਂ ਟਿਊਨ ਨਾ ਭੁੱਲਣਾ ਬੜੀ ਕੋਸ਼ਿਸ਼ ਦੇ ਕਾਲ ਚੱਲਣ ਤੇ ਕੁਝ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਈਏ ਜਿਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਕਿਸੇ ਵੀ ਤਰੀਕੇ ਨਾਲ ਉਹ ਹੈਲਥ ਦਾ ਹੋਵੇ ਆਪਣੀ ਪ੍ਰਾਪਰਟੀ ਦਾ ਹੋਵੇ ਫਾਈਨੈਂਸ਼ੀਅਲ ਹੋਵੇ ਤੇ ਹੁਣ ਇਹ ਕਹਿ ਰਹੇ ਦਾ ਅਸੀਂ ਆਪਾਂ ਫਤਿਹ ਬੁਲਾਣੇ ਟਾਈਮ ਖਤਮ ਹੋ ਗਿਆ ਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ